ਰਾਮਦਾਸ ਅਰਜੁਨ ਗੁਰੂ ਵਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਵਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਸਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ। ਪ੍ਰਹਿਲਾਦ ਕਵਾਦ ਤਿਲੋਚਨ ਨਾਰਦ ਧਰੂ ਸਨਕਾਦ ਜੈਦੇਵ ਸਤੰਨਾ ਅੰਬਰੀਕ ਕਬੀਰ ਪਰੂਰਵ ਅੰਗਰਾ ਨਾਮੇ ਬਿਭੀਖਨ ਕੁੰਭਜ ਮੰਨਾ ਪ੍ਰਹਿਲਾਦ ਕਵਾਦ ਤਿਲੋਚਨ ਨਾਰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਬੇਨਤੀ ਬੇਅੰਤ ਕਿਰਪਾ ਨਾਲ ਬਖਸ਼ਿਸ਼ ਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਤਥਾ ਕਾਵਿ ਦੇ ਨਿਯਮਾਂ ਵਿੱਚ ਲਿਖਿਆ ਹੈ, ਉਹਦੀ ਆਪਾਂ ਪ੍ਰਾਰੰਭਤਾ ਕੀਤੀ ਹੈ। ਕਈ ਰੋਜ਼ ਤੋਂ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਦੇ ਪ੍ਰਾਰੰਭ ਕਰਨ ਤੋਂ ਪਹਿਲਾਂ ਜੋ ਮਹਿਮਾ ਦੇ ਮੰਗਲ ਕੀਤੇ ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹੇ। ਫਿਰ ਵਾਹਿਗੁਰੂ ਨਾਮ ਦੀ ਜਿਹੜੀ ਮਹਿਮਾ ਵਡਿਆਈ ਹੈ ਉਹਦੇ ਕੋਈ ਛੰਦ ਰਚੇ ਨੇ। ਉਹ ਕਾਮ ਦੇ ਨਿਯਮਾਂ ਵਿੱਚ ਨਾਮ ਦੀ ਮਹਿਮਾ ਕੀਤੀ, ਉਹ ਕਾਫੀ ਆਪਾਂ ਛੰਦ ਪੜ੍ਹ ਲਏ। ਕੱਲ੍ਹ ਇੱਕ ਸਵਈਏ ਦੇ ਵਿੱਚ ਪਿਛਲੇ 4 ਯੁਗਾਂ ਦੇ ਵਿੱਚ ਜਿਹੜੇ ਜਿਹੜੇ ਵੀ ਪ੍ਰਸਿੱਧ ਭਗਤ ਹੋਏ ਜਾਂ ਰਿਖੀ ਹੋਏ ਜਾਂ ਬ੍ਰਹਮਾ ਦੇ ਪੁੱਤਰ ਸਨਕ ਸਨਾਦਕ ਆਦਿਕ ਹੋਏ, ਇਹ ਨਾਮ ਜਪਿਆ ਇਹਨਾਂ ਨੇ ਤੇ ਨਾਮ ਨਹੀਂ ਇਹਨਾਂ ਦਾ ਜਿਹੜਾ ਭਰਮ ਹੈ, ਭੁਲੇਖ ਹੈ, ਉਹ ਦੂਰ ਕੀਤਾ ਹੈ।
ਨਾਮ ਨਾਲ ਹੀ 5 ਤਰ੍ਹਾਂ ਦਾ ਪਰਮ ਉਹਨਾਂ ਦਾ ਭਜਿਆ। ਨਾਮ ਦੀ ਪ੍ਰਗਟ ਕਰਕੇ ਇਹਨਾਂ ਨੂੰ ਸਰੂਪ ਦੀ, ਵਾਹਿਗੁਰੂ ਦੇ ਸਰੂਪ ਦੀ ਸਾਖਿਆਤਕਾਰਤਾ ਹੋਈ, ਪ੍ਰਗਟ ਪ੍ਰਤੱਖ ਹੋਈ ਵਾਹਿਗੁਰੂ ਪਰਮੇਸ਼ਰ ਜੀ। ਸੋ ਇਸ ਕਰਕੇ ਵੀ ਨਾਮ ਸਭ ਤੋਂ ਮਹਾਨ ਹੈ। ਨਾਮ ਦੇ ਤੁਲ ਹੋਰ ਕੋਈ ਸਾਧਨ ਨਹੀਂ ਹੋ ਸਕਦਾ ਹੈ, ਜਪ ਤਪ ਨਹੀਂ ਹੋ ਸਕਦਾ। ਜਿਹਨੇ ਨਾਮ ਜਪ ਲਿਆ ਉਸਨੇ ਸਭ ਕੁਛ ਕਰ ਲਿਆ। ਜਿਸਨੇ ਨਾਮ ਨਹੀਂ ਜਪਿਆ ਉਹਨੇ ਭਾਵੇਂ 100 ਕੰਮ ਕੀਤਾ ਹੈ ਤਾਂ ਵੀ ਕੁਝ ਨਹੀਂ ਕੀਤਾ ਹੈ, ਐਵੇਂ ਪਿੱਟਾਂ ਦੀ ਪਿਟਿਆ ਹੈ। ਸੋ ਪ੍ਰਹਿਲਾਦ ਭਗਤ ਦੀ, ਬਾਲਮੀਕ ਦੀ, ਲੋਚਨ ਦੀ, ਨਾਰਦ ਦੀ, ਧਰੂ ਭਗਤ ਦੀ, ਸਨਕਾਦ ਆਦਿਕ ਜੇ ਬ੍ਰਹਮਾ ਦੇ 4 ਪੁੱਤਰ ਹੋਏ। ਇਹਨਾਂ ਦੀਆਂ ਆਪਾਂ ਕੁਝ ਨਾਲ ਜਿਹੜੀਆਂ ਸਾਖੀਆਂ ਹਨ ਉਹ ਪੜ੍ਹੀਆਂ ਵਿਚਾਰੀਆਂ। ਕਵੀ ਨੇ ਤਾਂ ਸਿਰਫ ਇਹਨਾਂ ਦਾ ਨਾਂ ਹੀ ਲਏ, ਕਿਉਂਕਿ ਪੁਰਾਣਾ ਵਿੱਚ ਵੱਡੀਆਂ ਵੱਡੀਆਂ ਸਾਖੀਆਂ ਇਹਨਾਂ ਦੀਆਂ। ਆਪ ਜੀ ਨੇ ਲਿਖਣਾ ਸੀ ਗੁਰੂ ਕਾ ਇਤਿਹਾਸ, ਜੇ ਇਹਨਾਂ ਦੀਆਂ ਸਾਖੀਆਂ ਇੱਥੇ ਲਿਖਣ ਲੱਗ ਪੈਂਦੇ ਤਾਂ ਫਿਰ ਇਹਨਾਂ ਦਾ ਹੀ ਇਤਿਹਾਸ ਬਣ ਜਾਣਾ ਸੀ। ਜਿਸ ਕਰਕੇ ਟੂਕ ਮਾਤਰ ਉਹ ਨਾਂ ਹੀ ਦੇ ਦਿੱਤੇ ਨੇ। ਤੇ ਆਪਾਂ ਥੋੜ੍ਹਾ ਜਿਹਾ ਵੀ ਚਲੋ ਕਵੀ ਜੀ ਨੇ ਸੰਕੋਚ ਕਰ ਲਿਆ, ਇਹ ਥੋੜ੍ਹਾ ਜਿਹਾ ਵਿਸਥਾਰ ਨਾਲ ਵੀ ਕਿਵੇਂ ਨਾਮ ਕਰਕੇ ਮਹਾਨ ਹੋਏ, ਨਾਮ ਕਰਕੇ ਕਿਵੇਂ ਇਸ ਰੂਪ ਦੀ ਲਖਤਾ ਵਾਲੇ ਹੋਏ, ਕਿਵੇਂ ਇਹਨਾਂ ਦੇ ਭਰਮ ਭੁਲੇਖੇ ਹੋਏ, ਦੂਰ ਹੋਏ। ਉਹ ਥੋੜ੍ਹਾ ਬਹੁਤਾ ਸੰਖੇਪ ਰੂਪ ਵਿੱਚ ਆਪਾਂ ਨਾਲ ਸਾਖੀਆਂ ਵੀ ਆਪੋ ਵਿੱਚ ਹੀ ਵਿਚਾਰ ਰਹੇ ਹਾਂ, ਜੋ ਭਗਤ ਮਾਲਾ ਵਿੱਚ ਲਿਖੀਆਂ ਹੋਈਆਂ। ਉਹ ਸਨਕਾਦ ਆਦਿਕਾਂ ਦੀ ਸਾਖੀ ਜਿਹੜੇ ਵਿਦਵਾਨ ਬਣ ਕੇ ਆਪਣੇ ਪਿਓ ਨੂੰ ਵੀ ਕਹਿਣ ਲੱਗ ਪਏ ਸੀ ਵੀ ਤੂੰ ਦੱਸ, ਆ ਜਿਹੜੇ ਗਿਆਨ ਆਦਿਕ ਇੰਦਰੇ ਹੈ ਇਹਨਾਂ ਤੋਂ ਵੱਖਰਾ ਹੋ ਕੇ, ਅਲੱਗ ਹੋ ਕੇ ਮਨ ਕਿਹਦੇ ਆਸਰੇ ਟਿਕਦਾ ਹੈ, ਕਿਹਦੇ ਆਸਰੇ ਰਹਿੰਦਾ ਹੈ। ਬ੍ਰਹਮਾ ਤੋਂ ਇਹ ਪ੍ਰਸ਼ਨ ਦਾ ਉੱਤਰ ਨਹੀਂ ਆ ਸਕਿਆ ਸੀ, ਮਖੌਲ ਕਰਨ ਲੱਗ ਪਏ ਸਨ। ਇਹ ਦੁਖੀ ਹੋਇਆ ਅੱਖਾਂ 'ਚੋਂ ਪਾਣੀ ਜੱਡ ਗਿਆ। ਪਰਮੇਸ਼ਰ ਨੂੰ ਚੇਤਾ ਕੀਤਾ, ਹੰਸਾ ਅਵਤਾਰ ਹੋ ਗਿਆ। ਉਸਨੇ ਫਿਰ ਦੱਸਿਆ ਸੀ ਸਾਰਾ ਇਹ ਸ਼ਬਦ ਦੇ ਆਸਰੇ ਮਨ ਟਿਕਦਾ ਹੈ। ਜਬ ਮੰਦਰ ਕੋ ਥਮੈ ਥਮਨ ਤੋਂ ਗੁਰ ਕਾ ਸ਼ਬਦ ਮਨ ਅਸੰਭਨ। ਵੀ ਮਨ ਨੂੰ ਟਿਕਾਉਣ ਵਾਲਾ ਜੇ ਕੋਈ ਹੈ ਤਾਂ ਗੁਰ ਸ਼ਬਦ ਹੈ। ਹੁਣ ਅੱਗੇ ਹੈ ਜੈਦੇਵ ਭਗਤ। ਗੁਰਬਾਣੀ ਵਿੱਚ ਵੀ ਜੈਦੇਵ ਜੀ ਦਾ ਸ਼ਬਦ ਆਉਂਦਾ। ਪਰਮਾਦ ਪੁਰਖ ਮਨੋਪਮੰ ਸਤਿਆਦ ਭਾਵਰਤੰ ਪਰਮਦ ਪੁੱਤੰ ਪਰਕਿਰਤ ਪਰੰ। ਇਸ ਤਰ੍ਹਾਂ ਜਾਂ ਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਪ੍ਰਮਾਣ ਵਜੋਂ ਜੈਦੇਵ ਤਿਆਗ ਅਹੂੰ ਮੇਵ। ਇਹ ਭਗਤ ਨਾਮ ਜੈਦੇਵ ਜੀ ਨੇ ਭਾਵੇਂ ਬਹੁਤ ਵੱਡਾ ਵਿਦਵਾਨ ਸੀ, ਪਰ ਫਿਰ ਵੀ ਕਹਿੰਦੇ ਵਿਦਵਾਨ ਪੁਣੇ ਦਾ ਤੇ ਜਿਹੜੀ ਕੋਈ ਆਪਣਾ ਵਡਵਡਿਆਈ ਸੀ, ਸਤਿਕਾਰ ਸੀ, ਉਹਦਾ ਹੰਕਾਰ ਹੋਇਆ ਆਉਂਦਾ ਹੈ। ਉਹਨੂੰ ਹੰਕਾਰ ਨੂੰ ਉਹਨੇ ਛੱਡ ਦਿੱਤਾ ਸੀ। ਇਹ ਬੰਗਾਲ ਦਾ ਭਗਤ ਹੋਇਆ ਹੈ ਜੈਦੇਵ। ਬੜਾ ਤਕੜਾ ਵਿਦਵਾਨ ਸੀ ਇਹ। ਤੇ ਗੀਤ ਗੋਬਿੰਦ ਨਾਮ ਦੀ ਇਹਨਾਂ ਨੇ ਪੁਸਤਕ ਲਿਖੀ ਸੀ। ਦੋਵੇਂ ਪਤ ਪਤਨੀ ਨਹਾ ਧੋ ਕੇ ਅੰਮ੍ਰਿਤ ਵੇਲੇ ਉੱਠ ਕੇ ਇਹ ਗੀਤ ਗੋਬਿੰਦ ਜਿਹੜੀ ਪੁਸਤਕ ਹੈ ਇਹਦੇ ਵਿੱਚ ਜਿਹੜੇ ਸ਼ਲੋਕ ਲਿਖੇ ਉਹਦਾ ਇਹ ਰਾਗ ਦੇ ਵਿੱਚ, ਸੰਗੀਤ ਦੇ ਵਿੱਚ ਕੀਰਤਨ ਕਰਿਆ ਕਰਦੇ ਸਨ। ਤੇ ਇਸ ਤਰ੍ਹਾਂ ਜਿਹੜੀ ਗੀਤ ਗੋਬਿੰਦ ਪੁਸਤਕ ਹੈ ਜੋ ਜਗਨਨਾਥ ਮੰਦਰ ਹੈ ਉਹਦੇ ਵਿੱਚ ਵੀ
ਇਹਨੂੰ ਸਤਿਕਾਰ ਨਾਲ ਪੁਜਾਰੀ ਨੇ ਰੱਖਿਆ ਹੋਇਆ ਸੀ। ਇਹਦੇ ਹੀ ਸਲੋਕਾਂ ਦੀ ਕਥਾ ਜਾਂ ਇਹਦੇ ਸਲੋਕਾਂ ਦਾ ਕੀਰਤਨ ਕਰਦੇ ਹੁੰਦੇ ਸੀ। ਉੱਥੋਂ ਦਾ ਜਿਹੜਾ ਰਾਜਾ ਹੈ ਉਹਨੂੰ ਈਰਖਾ ਹੋਇਆ ਹੀ ਵੇਖੋ ਇਹ ਜੈਦੇਵ ਇਹਨਾਂ ਦੇ ਪੁਸਤਕ ਦਾ ਵੀ ਸਤਿਕਾਰ ਹੈ ਤੇ ਇਹ ਸਲੋਕਾਂ ਦੇ ਕੀਰਤਨ ਹੁੰਦੇ ਹੈ, ਇਹਦੀ ਵਡਿਆਈ ਹੁੰਦੀ ਹੈ। ਕਿਉਂ ਨਾ ਹੋਵੇ ਵੀ ਮੇਰਾ ਨਾਮ ਲਿਆ ਜਾਏ, ਮੇਰੇ ਗੀਤ ਗਾਏ ਜਾਣ। ਉਹ ਕਿਸੇ ਵਿਦਵਾਨ ਪਾਸੋਂ ਇਸਨੇ ਉਹੇ ਜਿਹੀ ਪੁਸਤਕ ਲਿਖਵਾਈ ਤੇ ਨਾ ਆਪਣਾ ਪੁਆ ਲਿਆ ਨੇ ਰਾਜੇ ਨੇ ਵੀ ਇਹ ਮੈਂ ਲਿਖੀ ਹੈ। ਤੇ ਉਹ ਪੁਜਾਰੀ ਨੂੰ ਕਹਿਣ ਲੱਗਿਆ ਵੀ ਆ ਪੁਸਤਕ ਜੀ ਚੁੱਕੋ, ਮੇਰੀ ਪੁਸਤਕ ਇੱਥੇ ਰੱਖੋ, ਇਹਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਤੁਸੀਂ ਸੰਗੀਤ ਵਿੱਚ ਗਾਇਆ ਕਰੋ। ਉਹ ਜਿਹੜੇ ਪੁਜਾਰੀ ਸੀ ਕਹਿੰਦੇ ਵੀ ਇਹ ਭਗਵਾਨ ਨੂੰ ਨਹੀਂ ਪ੍ਰਮਾਣ ਹੈ। ਇਸ ਕਰਕੇ ਭਗਤ ਦੇ ਜਿਹੜੇ ਕੋਈ ਲਫ਼ਜ਼ ਹੈ ਹੋਰ ਹੈ, 86 ਲੋਕਾਂ ਦੇ ਹੋਰ ਹੈ। ਇਹ ਨਹੀਂ ਇੱਥੇ ਪੁਸਤਕ ਰੱਖੀ ਜਾ ਸਕਦੀ, ਨਾ ਇਹਦੇ ਵਿੱਚੋਂ ਸਲੋਕਾਂ ਦਾ ਕੀਰਤਨ ਹੋ ਸਕਦਾ ਹੈ। ਉਸ ਵੇਲੇ ਦਾ ਰਾਜਾ ਸੀ, ਕਹਿਣ ਲੱਗਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਉਹ ਭਗਵਾਨ ਨੂੰ ਪ੍ਰਵਾਨ ਹੈ, ਤੁਹਾਡੀ ਨਹੀਂ ਹੈ। ਮੈਂ ਤਾਂ ਹੁਣ ਪ੍ਰਤੱਖ ਇਹਦਾ ਸਬੂਤ ਲਵਾਂਗਾ, ਇਹ ਉਹ ਨਹੀਂ ਖੜਾ ਛੱਡਦਾ ਤੁਹਾਡਾ। ਫਿਰ ਉਸ ਵੇਲੇ ਕਹਿੰਦੇ ਵੀ ਹੁਣ ਦੋਵੇਂ ਪੁਸਤਕਾਂ ਤੇਰੀਆਂ, ਤੇਰੀ ਵੀ ਭਗਤ ਜੈਦੇਵ ਦੀ ਵੀ ਇੱਥੇ ਰੱਖ ਦਿੰਦੇ ਹੈ ਤੇ ਆ ਭਗਵਾਨ ਹੀ ਇਹਦਾ ਨਿਰਣਾ ਕਰਨਗੇ, ਭਾਵੇਂ ਉਹ ਸੁਪਨੇ ਰਾਹੀਂ, ਭਾਵੇਂ ਉੱਚੀ ਆਵਾਜ਼ ਨਾਲ ਆਕਾਸ਼ਵਾਣੀ ਦੇ ਕਹਿ ਜਾਣ, ਜਿਹਦਾ ਕਹਿਣਗੇ ਉਹਦੀ ਪੁਸਤਕ ਵਿੱਚੋਂ ਗੀਤ ਗਾਏ ਜਾਣਗੇ। ਕਹਿੰਦਾ ਇਹ ਠੀਕ ਹੈ। ਫਿਰ ਉਹ ਪੁਜਾਰੀ ਮਰਨਾ ਮੰਡ ਕੇ ਬਹਿ ਗਏ ਉੱਥੇ। ਕਹਿੰਦੇ ਮਹਾਰਾਜ ਹੁਣ ਤੁਸੀਂ ਨਿਰਣਾ ਕਰਾਓ ਕਿ ਕਿਹੜੇ ਅਸੀਂ ਕੀਰਤਨ ਕਰਿਆ ਕਰੀਏ। ਫਿਰ ਆਕਾਸ਼ਵਾਣੀ ਹੋਈ, ਕਹਿੰਦੇ ਜਿਹੜਾ ਜੈਦੇਵ ਭਗਤ ਹੈ ਨਾ, ਇਹਦੀ ਜਿਹੜੀ ਗੀਤ ਗੋਬਿੰਦ ਪੁਸਤਕ ਲਿਖੀ ਹੈ ਇਹ ਪ੍ਰਵਾਨ ਨਹੀਂ ਹੈ, ਇਹਦਾ ਕੀਰਤਨ ਕਰਿਆ ਕਰੋ। ਇਹ ਰਾਜੇ ਦੀ ਜਿਹੜੀ ਪੁਸਤਕ ਹੈ ਇਹਦਾ ਨਹੀਂ ਹੋ ਸਕਦਾ। ਉਹ ਇਸ ਤਰ੍ਹਾਂ ਜਦੋਂ ਆਕਾਸ਼ਵਾਣੀ ਦੁਆਰਾ ਕਿਹਾ ਗਿਆ ਤੇ ਫਿਰ ਰਾਜਾ ਸ਼ਰਮਿੰਦਾ ਜਿਹਾ ਹੋ ਗਿਆ। ਉਹ ਕੀ ਕਹੇ। ਇਸ ਤਰ੍ਹਾਂ ਇਹ ਫਿਰ ਘਰੇ ਬੈਠੇ ਗੋਬਿੰਦ ਦੇ ਗੁਣ ਗਾਉਂਦੇ। ਇੱਕ ਵਾਰੀ ਕੋਈ ਯਾਤਰਾ ਕਰਨ ਚੱਲੇ, ਰਸਤੇ ਵਿੱਚ ਠੱਗ ਠੁੱਗ ਜੇ ਮਿਲ ਗਏ ਤੇ ਕਹਿਣ ਲੱਗੇ ਜੀ ਤੁਸੀਂ ਕਿਹਦੇ? ਕਹਿੰਦੇ ਵੀ ਯਾਤਰਾ ਕਰਨ ਚੱਲੇ। ਕਹਿਣ ਲੱਗੇ ਵੀ ਅਸੀਂ ਵੀ ਕਰਨੀ ਹੈ, ਜੇ ਸਾਨੂੰ ਨਾਲ ਲੈ ਜਾਓ। ਕਹਿਣ ਲੱਗੇ ਵੀ ਠੀਕ ਹੈ, ਆਪਾਂ ਰਲ ਮਿਲ ਕੇ ਸੰਗਤ ਰੂਪ ਵੀ ਯਾਤਰਾ ਕਰਾਂਗੇ, ਸੋਹਣੀ ਯਾਤਰਾ ਹੋ ਜਾਏਗੀ। ਜਦੋਂ ਜਾਂਦੇ ਜੰਗਲ ਜਾ ਆਇਆ, ਜਿਹੜੇ ਕੋਈ ਇਹਨਾਂ ਕੋਲ ਮਾਇਆ ਸੀ, ਹੋਰ ਸੀ ਸਾਜੋ ਸਮਾਨ ਜਾਓ, ਖੋ ਖਿੰਚ ਕੇ ਠੱਗਾ ਨੇ ਤੇ ਮਾਰਿਆ ਤਾਂ ਨਾ, ਤੇ ਹੱਥ ਜੇ ਕੱਟ ਕੇ ਨਾ ਦੋ ਖੂਹ 'ਚ ਸਿੱਟਦਾ ਇਹਨੂੰ। ਇਸ ਤਰ੍ਹਾਂ ਇਹ ਹੱਥ ਕੱਟੇ ਗਏ ਤੇ ਖੂਹ 'ਚ ਡਿੱਗਿਆ, ਭਗਵਾਨ ਦੇ ਗੀਤ ਗਾ ਰਿਹਾ। ਉੱਥੇ ਕੋਈ ਰਾਜਾ ਆ ਗਿਆ ਹੈ, ਉਸਨੇ ਆਵਾਜ਼ ਸੁਣੀ ਇਹ ਕਿਹੜਾ ਗੋਬਿੰਦ ਗੀਤ ਗਾ ਰਿਹਾ ਹੈ। ਬਾਹਰ ਕੱਢ ਲਿਆ, ਇਹ ਘਰੇ ਲੈ ਆਇਆ, ਇਲਾਜ ਜਾ ਕਰ ਲਿਆ ਚੰਗੀ ਤਰ੍ਹਾਂ। ਉਹ ਹੱਥ ਟੁੰਡੇ ਜੇ ਠੀਕ ਠਾਕ ਹੋ ਗਏ। ਪਰਮੇਸ਼ਰ ਦਾ ਭਗਤ ਜਾਣ ਕੇ ਇਹਨੂੰ ਵੱਖਰਾ ਕੋਈ ਉਹ ਦੇ ਦਿੱਤਾ ਸੰਵਾਸਨ। ਨਾਲੇ ਕਹਿੰਦਾ ਵੀ ਤੂੰ ਇੱਥੇ ਗੀਤ ਗੋਬਿੰਦ ਗਾਇਆ ਕਰ।
ਰੱਬ ਦੀ ਨੇਤ ਇਸ ਤਰ੍ਹਾਂ ਰਾਜੇ ਕੋਲ ਰਹਿੰਦੇ ਰਹਿੰਦੇ ਇੱਕ ਵਾਰੀ ਉਹ ਜੇ ਠੱਗ ਜੇ ਕਿਤੇ ਸਭਾ ਵਿੱਚ ਆ ਗਏ, ਜਿਨ੍ਹਾਂ ਨੇ ਹੱਥ ਕੱਟ ਕੇ ਸਭ ਕੁਝ ਲੁੱਟ ਸੁੱਟ ਕੇ ਇਹਨੂੰ ਖੂਹ ਵਿੱਚ ਸੁੱਟਿਆ ਸੀ। ਇਹ ਰਾਜੇ ਕੋਲੋਂ ਬਹੁਤ ਅਦਬ ਸਤਿਕਾਰ ਕਰਿਆ, ਕਹਿੰਦੇ ਵੀ ਮੇਰੇ ਪਰਮ ਮਿੱਤਰ ਹੈ। ਰਾਜੇ ਨੇ ਜਦੋਂ ਜੈਦੇਵ ਨੇ ਕਹਿ ਦਿੱਤਾ ਤਾਂ ਸਤਿਕਾਰ ਕਰਨਾ ਸੀ। ਫਿਰ ਕਹਿੰਦਾ ਵੀ ਇਹਨਾਂ ਨੂੰ ਕੁਝ ਮਾਇਆ ਵੀ ਦੇ, ਕੋਈ ਕੱਪੜੇ ਵੀ ਦੇ, ਇਹ ਮੇਰੇ ਪਰਮ ਮਿੱਤਰ ਹੈ। ਉਹਨਾਂ ਨੇ ਤਾਂ ਸਿੱਟਿਆ ਨਾ ਹੱਥ ਕੱਟ ਕੇ ਸੂਹ ਵਿੱਚ, ਇੱਧਰ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਵੀ ਜਿਹੜਾ ਬੁਰਾ ਕਰਦਾ ਤੂੰ ਉਹਦਾ ਭਲਾ ਕਰ, ਮਨ ਵਿੱਚ ਗੁੱਸਾ ਨਾ ਲਿਆ, ਤੇਰੀ ਦੇਹ ਨੂੰ ਰੋਗ ਨਹੀਂ ਲੱਗਾ, ਤੂੰ ਤੇਰੇ ਪੱਲੇ ਸਭ ਕੁਛ ਪੈ ਜਾਏਗਾ। ਉਸ ਅਨੁਸਾਰ ਫਿਰ ਇਹਨੇ ਬਹੁਤਾ ਉਹਨਾਂ ਦਾ ਆਦਰ ਸਤਿਕਾਰ ਜਿਹਾ ਕਰਵਾਇਆ। ਤੇ ਉਸ ਵੇਲੇ ਰਾਜੇ ਨੇ ਤੱਕ ਤੋਰ ਦਿੱਤਾ, ਕਹਿੰਦੇ ਵੀ ਇਹਨਾਂ ਦੇ ਨਾਲ ਜਾਓ, ਆ ਜਿਹੜਾ ਸਾਜੋ ਸਮਾਨ ਆ ਧਨ ਪਦਾਰਥ ਹੈ ਖਚਰਾਂ ਪਰ ਲੱਦਿਆ ਹੋਇਆ, ਤੇ ਜਿੱਥੇ ਹੈਗੇ ਉੱਥੇ ਇਹਨਾਂ ਦੇ ਘਰਾਂ ਦੇ ਵੀ ਤੁਸੀਂ ਪਹੁੰਚਾ ਦਿਓ ਇਹਨਾਂ ਦੇ ਨਾਲ ਜਾ ਕੇ। ਜਦੋਂ ਚਲੇ ਜਾ ਰਹੇ ਉਹ ਨਾਲ ਲੈ ਕੇ ਇਹਦੇ ਨੌਕਰ ਚਾਕਰ ਰਸਤੇ ਵਿੱਚ ਪੁੱਛ ਲਿਆ ਵੀ ਤੁਹਾਡੀ ਕੀ ਮਿੱਤਰਤਾ ਹੈ ਇਹ ਜੈਦੇਵ ਜੀ ਦੇ ਨਾਲ, ਤੁਹਾਡਾ ਬੜਾ ਆਦਰ ਸਤਿਕਾਰ ਕਰਾਇਆ, ਬੜੀ ਮਾਇਆ ਦਵਾਈ। ਤੇ ਉਹ ਜਿਹੜੇ ਹੁਣ ਮਨਮੁਖ ਲੋਕ ਹੈ ਉਹਨਾਂ ਨੇ ਕੀ ਭਲਾ ਸੋਚਣਾ ਹੈ। ਉਹ ਕਹਿੰਦੇ ਵੀ ਦੱਸਣ ਵਾਲੀ ਗੱਲ ਨਹੀਂ ਹੈ। ਕਹਿੰਦੇ ਨਹੀਂ ਵੀ ਚਲੋ ਸਾਨੂੰ ਤਾਂ ਦੱਸ ਹੀ ਦਿਓ ਨਾ। ਕਹਿੰਦੇ ਗਾਹ ਨਾ ਕਿਸੇ ਕੋਲੇ ਗੱਲ ਕਰਿਓ, ਇਹ ਕਹਿੰਦੇ ਸਾਡੇ ਪਿੰਡ ਦਾ ਸੂਰਜ ਸੀਰੀ ਹੈ, ਇਹ ਕੋਈ ਭਗਤ ਭੁਗਤ ਨਹੀਂ ਹੈ। ਇਹ ਚੂੜਾ ਹੈ, ਇਹ ਕਹਿਤਾ ਜਣੀ ਉਹ ਚੁਗਲੀ ਕਰਤੀ, ਕਹਿੰਦੇ ਐਵੇਂ ਰਾਜਾ ਬਣਾਈ ਫਿਰਦਾ ਭਗਤ, ਇਹ ਤਾਂ ਇਹ ਹੈ। ਤੇ ਰਾਜੇ ਨੇ ਆ ਕੇ ਜਿਹੜੇ ਗਏ ਸੀ ਨਾਲ ਉਹਨਾਂ ਨੇ ਰਾਜੇ ਨੂੰ ਦੱਸਤਾ, ਕਹਿੰਦੇ ਮਹਾਰਾਜ ਉਹ ਤਾਂ ਇਉਂ ਕਹਿੰਦੇ ਸੀ। ਉਹ ਕਹਿੰਦੇ ਵੀ ਇਹ ਤਾਂ ਇਉਂ ਕਿਉਂ ਕਿਹਾ ਇਸ ਨੂੰ। ਉਸ ਵੇਲੇ ਤੇ ਰਾਜਾ ਸ਼ੰਕਾ ਵਿੱਚ ਪੈ ਗਿਆ ਵੀ ਇਹ ਨਿਰਣਾ ਹੋਣਾ ਚਾਹੀਦਾ। ਕਹਿੰਦੇ ਇਹਨੇ ਤਾਂ ਇੰਨਾ ਸਤਿਕਾਰ ਕੀਤਾ, ਉਹ ਆ ਕਹਿੰਦੇ ਹੈ। ਉਹ ਫੇਰ ਉਹਨਾਂ ਨੂੰ ਮੁਗਾ ਲਿਆ ਤੇ ਫੇਰ ਉਹ ਜਦੋਂ ਗੱਲਬਾਤ ਜੀ ਕੀਤੀ, ਆਹ ਕੁਛ ਹੀ ਫੇਰ ਕਿਹਾ ਸਭਾ ਵਿੱਚ ਉਹਨਾਂ ਨੇ, ਉੱਥੇ ਫਿਰ ਧਰਤੀ ਪਾਟ ਗਈ। ਉਹ ਜਿਹੜੇ ਹੈ ਕੁਛ ਕਰਨ ਵਾਲੇ ਸੀ, ਕਹਿਣ ਵਾਲੇ ਸੀ ਭਗਤ ਦੇ ਸੰਬੰਧ ਵਿੱਚ, ਵਿੱਚੇ ਗਰਕ ਹੋ ਗਏ। ਤੇ ਉਸ ਵੇਲੇ ਰਾਜਾ ਕਹਿੰਦਾ ਤੁਸੀਂ ਮਹਾਰਾਜ ਕਿਹੋ ਜਿਹੇ ਆ, ਉਹ ਇਹੋ ਜਿਹੇ ਦੋਸਤ, ਉਹ ਤੁਹਾਨੂੰ ਹੋਰੀ ਖੁਸ਼ੀ ਕਹੀ ਜਾਂਦੇ, ਤੁਸੀਂ ਉਹਨੂੰ ਪਰਮ ਮਿੱਤਰ ਕਹੀ ਜਾਂਦੇ, ਮਾਇਆ ਦੇਈ ਜਾਂਦੇ। ਤੇ ਉਹ ਤਾਂ ਮਹਾਰਾਜ ਕੁਛ ਕਹਿੰਦੇ ਸੀ, ਆਏ ਹੋਇਆ ਧਰਤੀ ਨੇ ਬੇਲ ਦੇਤਾ, ਵਿੱਚੇ ਫਸ ਕੇ ਮਰ ਕੇ ਖਪ ਗਏ। ਫਿਰ ਹੱਥ ਦੇ ਟੁੰਡਿਆਂ ਨਾਲ ਚੂਰਨ ਕਰਨ ਲੱਗ ਗਏ, ਕਹਿੰਦੇ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਸਾਡੇ ਕਰਕੇ ਐਸਾ ਇਹਨਾਂ ਨੂੰ ਦੰਡ ਮਿਲਿਆ। ਉਹ ਜਦੋਂ ਇਸ ਤਰ੍ਹਾਂ ਝੂਰ ਰਹੇ, ਹੱਥ ਜੇ ਰੁੜ ਰਹੇ, ਤੇ ਪਰਮੇਸ਼ਰ ਦੀ ਐਸਾ ਕਿਲਾ ਵਰਤੀ, ਹੱਥ ਉਹਨਾਂ ਦੇ ਹਰੇ ਹੋ ਗਏ, ਠੀਕ ਠਾਕ ਹੋ ਗਏ ਜੈਦੇਵ ਜੀ ਦੇ। ਇਸ ਤਰ੍ਹਾਂ ਜੈਦੇਵ ਭਗਤ ਜੀ ਵੇਖ ਲੋ, ਮਹਾਨ ਹੋ ਕੇ ਉਹਨਾਂ ਨੇ ਕੋਈ ਹੰਕਾਰ ਨਹੀਂ ਵੀ ਅਸੀਂ ਰਾਜੇ ਕੋਲ ਰਹਿ ਰਹੇ ਹਾਂ, ਹੁਣ ਇਹਨੂੰ ਫੜਾਈਏ ਮਰਵਾਈਏ, ਇਹਨਾਂ ਨੇ ਸਾਨੂੰ ਖੂਬ ਸਿੱਟਿਆ ਸੀ,
ਸਗੋਂ ਨਿਮਰਤਾ ਵਿੱਚ ਰਹੇ, ਭਲਾ ਸੋਚਿਆ, ਜਿਸ ਕਰਕੇ ਉਹ ਗੁਰਮੁਖ ਸਿਉ ਮਨਮੁਖ ਰਹਿ ਡੁੱਬੇ ਹੱਕ ਨੇ ਆਏ। ਵੀ ਸੱਚ ਦਾ ਨਿਆਂ ਹੈ, ਜਿਹੜਾ ਕੋਈ ਗੁਰਮੁਖਾਂ ਨਾਲ ਅੜਦਾ ਨਾ ਮਨਮੁਖ ਪੁਰਸ਼, ਉਹ ਡੁੱਬਦਾ ਮਰਦਾ ਹੈ। ਇਹ ਪਰਮੇਸ਼ਰ ਵੱਲੋਂ ਸੱਚ ਦਾ ਨਿਆਂ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਹੀ ਮਰੇ। ਜੈ ਦੇਵ ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਜਾਪ ਕਰਕੇ ਜਗਨਨਾਥ ਦੇ ਵਿੱਚ ਮੰਦਰ ਵਿੱਚ ਵੀ ਸਤਿਕਾਰਯੋਗ ਉਹਨਾਂ ਦੇ ਗੀਤ ਗੋਬਿੰਦ ਪੁਸਤਕ ਵਿੱਚ ਸ਼ਲੋਕਾਂ ਦਾ ਕੀਰਤਨ ਹੁੰਦਾ। ਭਗਵਾਨ ਨੂੰ ਪ੍ਰਵਾਨ ਹੋਏ ਇਹ ਗਾਏ ਜਾਣ ਗੀਤ ਗੋਬਿੰਦ ਪੁਸਤਕ ਵਿੱਚੋਂ ਸ਼ਲੋਕ। ਇਹ ਨਾਮ ਦਾ ਪ੍ਰਤਾਪ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀ ਭਗਤ ਜੈਦੇਵ ਜੀ ਦੀ ਬਾਣੀ ਚੜ੍ਹੀ ਹੈ, ਤੇ ਉਹ ਵੀ ਨਾਮ ਦੇ ਕਰਕੇ ਹੈ। ਹੋਰ ਕੋਈ ਵਿਦਵਾਨਾਂ ਦੀ ਥੋੜ੍ਹੋ ਬਾਣੀ ਹੈ। ਨਾਮ ਜਪਿਆ ਜੈਦੇਵ ਜੀ ਨੇ, ਜਿਸ ਕਰਕੇ ਵਾਹਿਗੁਰੂ ਨੂੰ ਪ੍ਰਵਾਨ ਹੋ ਗਏ। ਪ੍ਰਵਾਨਿਕ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਸ ਤਰ੍ਹਾਂ ਇਹ ਜੈਦੇਵ ਜੀ, ਸਨਕਾਰ ਜੀ, ਧਰੋਂ ਜੀ, ਨਾਰਦ ਮੁਨੀ ਜੀ, ਤਿਲੋਚਨ ਜੀ, ਵਾਲਮੀਕ ਜੀ, ਪ੍ਰਹਿਲਾਦ ਭਗਤ ਜੀ, ਸਾਰੇ ਨਾਮ ਦੇ ਜਾਪ ਕਰਕੇ ਸਹਿ ਧੰਨਾ ਧੰਤਾ ਯੋਗ ਹੋਏ ਹਨ, ਧੰਤਾ ਯੋਗ ਬਣੇ ਹਨ। ਅੰਬਰੀਕ ਕਬੀਰ ਇਸੇ ਤਰ੍ਹਾਂ ਜਿਹੜਾ ਅਮਰੀਕ ਰਾਜਾ ਸੀ, ਅਮਰੀਕ ਦਿਓ ਅਪੈ ਪਦ ਰਾਜ ਭੀਖਨ ਅਦਿਕ ਕਰਿਓ, ਬਾਣੀ ਵਿੱਚ ਆਉਂਦਾ ਹੈ। ਇਹ ਵੀ ਬਹੁਤ ਵੱਡਾ ਭਗਤ ਸੀ। ਇਹ ਸਨਾਤਨ ਮਤ ਅਨੁਸਾਰ ਇਹ ਏਕਾਦਸ਼ੀ ਦਾ ਵਰਤ ਰੱਖਦਾ ਹੁੰਦਾ ਸੀ। ਖਾਸ ਕਰਕੇ ਜਿਹੜੀ ਕੱਤੇ ਦੇ ਮਹੀਨੇ ਦੀ ਏਕਾਦਸ਼ੀ ਆਉਂਦੀ ਹੈ, ਇਹਦੇ ਵਿੱਚ ਇਹਨੇ ਉਹ ਵਰਤ ਜਿਹਾ ਰੱਖਿਆ ਹੋਇਆ ਸੀ। ਬਦਨਾਮੀ ਕਰਾਉਣ ਵਾਸਤੇ, ਸ਼ਰਾਪ ਦੇਣ ਵਾਸਤੇ ਰਾਤ ਦੇ ਸਮੇਂ ਉਹ ਦਰਵਾਸਾ ਰੱਖੀ ਆ ਗਿਆ। ਉਸ ਵੇਲੇ ਇਹਨਾਂ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਮਹਾਰਾਜ, ਤੁਸੀਂ ਪ੍ਰਸ਼ਾਦਾ ਪਾਣੀ ਛਕਣਾ, ਭੋਜਨ ਛਕਣਾ ਤੁਹਾਨੂੰ ਨਹੀਂ ਆਉਂਦਾ। ਕਹਿਣ ਲੱਗਿਆ ਵੀ ਮੈਂ ਪਹਿਲਾਂ ਇਸ਼ਨਾਨ ਵਗੈਰਾ ਕਰਿਆ ਵਾਂ ਬਾਹਰ, ਫਿਰ ਆ ਕੇ ਛਕਾਂਗਾ। ਕਿਉਂ ਕਹਿ ਕੇ ਦਰਵਾਜ਼ਾ ਬਾਹਰ ਚਲਿਆ ਗਿਆ ਤੇ ਉਹ ਆਇਆ ਹੀ ਨਾ। ਇਹ ਸਿਆਸਤ ਰਾਜਨੀਤੀ ਸੋਚ ਲਈ ਵੀ ਜੇ ਤਾਂ ਮੇਰੇ ਤੋਂ ਪਹਿਲਾਂ ਖਾ ਲਿਆ, ਫਿਰ ਮੈਂ ਕਹਾਂਗਾ ਮੈਨੂੰ ਨਿਉਂਦਾ ਦੇ ਕੇ ਤੂੰ ਕਿਉਂ ਖਾਧਾ ਹੋਏ। ਤੇ ਜੇ ਨਹੀਂ ਖਾਂਦਾ ਹੈ ਤੇ ਦੁਆਰਸੀ ਲੱਗ ਗਈ। ਦੁਆਰਸੀ ਵਿੱਚ ਜਾ ਕੇ ਉਹ ਪਹਿਲਾਂ ਵਰਤ ਨਾ ਖੋਲਿਆ, ਮੂੰਹ ਨਾ ਖਾਧਾ, ਤੇ ਫਿਰ ਉਹਦਾ ਵਰਤ ਰਹਿ ਜਾਊ, ਉਹਦਾ ਫਲ ਨਹੀਂ ਮਿਲੇ, ਉਹਦਾ ਨਿਜਮ ਖਤਮ ਹੋ ਜਾਊ। ਇਸ ਤਰ੍ਹਾਂ ਸਿਆਸਤ ਦੀ ਸੋਚ ਕੇ ਉਹ ਦਰਵਾਜ਼ਾ ਆਇਆ ਹੀ ਨਾ। ਇਧਰ ਹੁਣ ਅਮਰੀਕ ਰਾਜੇ ਨੂੰ ਫਿਕਰ ਪਿਆ ਵੀ ਉਹ ਆਇਆ ਨਹੀਂ ਹੈ, ਭੋਜਨ ਛਕਾਉਣਾ ਹੈ, ਵਰਤ ਖੋਲ੍ਹਣਾ ਹੈ, ਨਹੀਂ ਤਾਂ ਨਿਜਮ ਦੀ ਉਲੰਘਣਾ ਹੁੰਦੀ ਹੈ। ਤੇ ਜਿਹੜਾ ਉਹ ਪੰਡਤ ਸੀ ਉਹਨੂੰ ਪੁੱਛਣ ਲੱਗਿਆ ਵੀ ਹੁਣ ਤੂੰ ਦੱਸ ਕੀ ਕਰੀਏ। ਉਹ ਤਾਂ ਆਉਂਦਾ ਨਹੀਂ ਦਿਸਦਾ ਹੈ, ਤੇ ਜੇ ਵਰਤ ਨਾ ਖੋਲਿਆ ਤੇ ਦੁਆਰਸੀ ਵਿੱਚ ਲੱਗ ਗਈ, ਫਿਰ ਸਾਰਾ ਕੁਛ ਕੀਤਾ ਕਤਰਾ ਐਵੇਂ ਜਾਊ। ਉਹ ਸਿਆਣਾ ਸੀ ਪੰਡਤ। ਉਹ ਕਹਿਣ ਲੱਗਾ ਮਹਾਰਾਜ ਵਰਤੀ ਖੋਲ੍ਹਣਾ, ਭਾਵੇਂ ਮੂੰਹ ਵਿੱਚ ਜੋ ਮਰਜ਼ੀ ਪਾ ਲਈਏ, ਭਾਵੇਂ ਖੋਲ੍ਹ ਲਈਏ, ਮੂੰਹ ਵਿੱਚ ਹੀ ਪਾਉਣਾ। ਤੁਸੀਂ ਭੋਜਨ ਤਾਂ ਕੋਈ ਛਕੋ ਨਾ। ਠਾਕਰਾਂ ਦਾ ਜਿਹੜਾ ਚਰਨਾਮਤ ਹੈ ਨਾ, ਜਿਹਦੇ ਨਾਲ ਠਾਕਰਾਂ ਦਾ ਇਸ਼ਨਾਨ ਕਰਾਇਆ, ਉਹ ਚੁੜੀ ਲੈ ਲਓ, ਉਹ ਪਾਣੀ ਲੈ ਲਓ ਤੁਸੀਂ, ਤੇ ਤੁਹਾਡਾ ਵਰਤ ਖੁੱਲ੍ਹ ਜਾਊਗਾ। ਉਹ ਵੀ ਰਹਿ ਜੂ ਨਿਜਮ। ਪ੍ਰਸ਼ਾਦਾ ਜਦੋਂ ਦਰਵਾਜ਼ਾ ਆ ਗਿਆ ਉਦੋਂ ਉਹ ਛਕ ਲਊਗਾ, ਤੇ ਤੁਸੀਂ ਬੋਲੋ ਬਾਅਦ ਵਿੱਚ ਛਕ ਲਿਓ। ਕਹਿੰਦਾ ਵੀ ਗੱਲ ਠੀਕ ਹੈ।
ਉਹ ਠਾਕਰਾਂ ਦਾ ਚਰਨਾਮਤ ਲੈ ਲਿਆ, ਵਰਤ ਉਹਨੇ ਖੋਲ ਲਿਆ। ਜਦੋਂ ਆਇਆ ਕਹਿਣ ਲੱਗਿਆ, ਤੂੰ ਮੇਰੇ ਆਉਣ ਤੋਂ ਪਹਿਲਾਂ ਮੂੰਹ ਵਿੱਚ ਪਾਇਆ ਹੈ, ਮੈਂ ਤੈਨੂੰ ਸ਼ਰਾਪ ਦਊਂਗਾ। ਉਹ ਕਹਿਣ ਲੱਗਾ, ਜੀ ਦਰਵਾਸਾ ਜੀ, ਮੈਂ ਤਾਂ ਸਿਰਫ ਚਰਨਾਮਤ ਲਿਆ। ਉਹ ਕਹਿੰਦੇ ਪਾਣੀ ਪਿਆਇਆ, ਪੀਤਾ ਤਾਂ ਹੈ ਨਾ ਮੈਥੋਂ ਬਗੈਰ, ਮੈਂ ਤੈਨੂੰ ਸ਼ਰਾਪ ਦਊਂਗਾ, ਤੇਰਾ ਸਭ ਕੁਝ ਸਾੜੂੰਗਾ। ਹੁਣ ਅਮਰੀਕ ਜਿਹੜਾ ਰਾਜਾ ਪਰਮੇਸ਼ਰ ਦਾ ਭਗਤ ਸੀ, ਭਗਵਾਨ ਵਿਸ਼ਨੂੰ ਜੀ ਨੇ ਇਹਦੇ ਦਰਵਾਜ਼ੇ ਤੇ ਸੁਦਰਸ਼ਨ ਚੱਕਰ ਨੂੰ ਨਿਯਤ ਕੀਤਾ ਹੋਇਆ ਸੀ ਵੀ ਜਿਹੜਾ ਵੀ ਮੇਰੇ ਭਗਤ ਦਾ ਮਾੜਾ ਚਿਤਵੇ ਉਹਦੇ ਤੋਂ ਮਗਰ ਪੈ ਜਾਣਾ, ਉਹਨੂੰ ਨਹੀਂ ਛੱਡਣਾ। ਜਦੋਂ ਇੱਧਰ ਵਾਸੇ ਨੇ ਅਮਰੀਕ ਵੱਲੋਂ ਅੱਖਾਂ ਜਿਹੀਆਂ ਕੱਢੀਆਂ ਵੀ ਮੈਂ ਤੈਨੂੰ ਸ਼ਰਾਪ ਦਊਂਗਾ, ਐ ਕਰੂੰਗਾ, ਮੇਰਾ ਨਰਾਦਰ ਕੀਤਾ। ਉਹ ਫਿਰ ਕੀ ਹੈ, ਸੁਦਰਸ਼ਨ ਚੱਕਰ ਫਿਰੇ ਤੇ ਮਗਰ ਪੈ ਗਿਆ। ਦਰਵਾਜ਼ੇ ਦੀ ਦੌੜ ਲੱਗ ਗਈ, ਭੱਜ ਪਿਆ ਉੱਥੋਂ ਬਚਾਅ ਕਰਨ ਵਾਸਤੇ। ਤਿੰਨਾਂ ਲੋਕਾਂ ਵਿੱਚ ਗਿਆ, ਕਿਸੇ ਨੇ ਵੀ ਸਹਾਰਾ ਨਹੀਂ ਦਿੱਤਾ। ਕਹਿੰਦੇ ਹੋਏ ਹੁਣ ਉਸੇ ਭਗਤ ਦੀ ਜਾ ਕੇ ਸ਼ਰਨ ਪੈ, ਉਹ ਤੋਂ ਮਾਫੀ ਮੰਗ, ਫਿਰ ਖੜਾ ਛੱਟੂਗਾ। ਭਗਵਾਨ ਵਿਸ਼ਨੂੰ ਕੋਲ ਵੀ ਜਾ ਕੇ ਮਿੰਨਤਾਲਾ ਕੀਤਾ, ਕਹਿੰਦੇ ਮਹਾਰਾਜ ਤੁਸੀਂ ਇਹਨੂੰ ਹਟਾਓ। ਕਹਿੰਦੇ ਵੀ ਇਹ ਤਾਂ ਮੈਂ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਇਹਦੀ ਡਿਊਟੀ ਲਾਈ, ਇਹਨੇ ਨਹੀਂ ਹਟਣਾ। ਉਸੇ ਦੀ ਜਾ ਕੇ ਚਰਨ ਛੰਡ ਪਏ। ਫਿਰ ਇੱਥੇ ਆਇਆ, ਅਮਰੀਕ ਦੇ ਆ ਕੇ ਚਰਨੀ ਲੱਗਾ, ਕਹਿੰਦੇ ਉਹ ਬਖਸ਼ਾ ਤੂੰ ਖੜਾ ਛੜਾ। ਉਹਨੇ ਫਿਰ ਇਸ਼ਾਰਾ ਕੀਤਾ ਕਿ ਕਿਨੂੰ ਕੋ ਨਹੀਂ ਕੁਝ ਕਹਿਣਾ ਹੈ। ਫਿਰ ਉਹ ਆਪਣੇ ਸਥਾਨ ਤੇ ਜਾ ਟਿਕਿਆ ਹੈ। ਸੋ ਇਸ ਤਰ੍ਹਾਂ ਜਿਹੜਾ ਅਮਰੀਕ ਰਾਜਾ ਹੈ ਵੀ ਉਹ ਪਰਮੇਸ਼ਰ ਦਾ ਨਾਮ ਦਾ ਜਾਪ ਕਰਦਾ ਸੀ, ਜਿਸ ਕਰਕੇ ਸੁਦਰਸ਼ਨ ਚੱਕਰ ਉਹਦੀ ਰੱਖਿਆ ਕਰਦਾ ਸੀ, ਪਹਿਰੇਦਾਰ ਬਣ ਕੇ ਪਹਿਰਾ ਦਿੰਦਾ ਸੀ। ਜਿਹੜਾ ਵੀ ਕੋਈ ਮਾੜਾ ਚੱਲਦੇ ਸੀ ਉਹਨਾਂ ਦੇ ਮਗਰ ਪੈਂਦਾ, ਉਹਨਾਂ ਨੂੰ ਨਾਸ਼ ਕਰਨ ਖਤਮ ਕਰਨ ਲਈ ਜਾਂਦਾ ਸੀ। ਇਸ ਤਰ੍ਹਾਂ ਅਮਰੀਕ ਜਿਹੜਾ ਵੀ ਉਹ ਨਾਮ ਕਰਕੇ ਹੀ ਉਹਦਾ ਸੰਸਾਰ ਦੇ ਵਿੱਚ ਪ੍ਰਸਿੱਧੀ ਹੈ ਵੀ ਉਹ ਬਹੁਤ ਵੱਡਾ ਰਾਜਾ ਹੁੰਦਾ ਹੋਇਆ ਵੀ ਨਾਮ ਜਪਣ ਵਾਲਾ ਭਗਤ ਹੋਇਆ ਹੈ। ਇਸੇ ਤਰ੍ਹਾਂ ਇਸ ਤੋਂ ਅੱਗੇ ਹੈ ਕਬੀਰ, ਕਾਸ਼ੀ ਦਾ ਜੰਮਪਲ ਜਲਾਇਆਂ ਦੇ ਘਰ ਜੰਮਿਆ ਹੈ, ਪਰ ਉਹ ਨਾਮ ਦੇ ਜਾਪ ਕਰਕੇ ਤੇ ਦੁਨੀਆ ਦੇ ਵਿੱਚ ਪ੍ਰਸਿੱਧ ਹੈ। ਨਾਮ ਦੇ ਪ੍ਰਤਾਪ ਕਰਕੇ ਕਬੀਰ ਜੀ ਦਾ ਆ ਕੇ ਪਰਮੇਸ਼ਰ ਨੇ ਕਬੀਰ ਦਾ ਰੂਪ ਧਾਰਨ ਕਰਕੇ ਜਗ ਸੰਪੂਰਨ ਕੀਤਾ। 7 ਦਿਨ ਤੱਕ ਇੰਨੀਆਂ ਮਠਿਆਈਆਂ ਖਵਾਈਆਂ, ਸਾਧੂ ਬਿਮਾਰ ਹੋ ਗਏ ਖਾ ਖਾ ਕੇ। ਕਹਿਣ ਲੱਗੇ ਭਗਤ ਜੀ ਹੁਣ ਨਹੀਂ ਖਾ ਸਕਦੇ, ਅਜੇ ਤਾਂ ਬਿਮਾਰ ਹੋ ਜਾਂਦੇ, ਜਾਣਾ ਹੈ। ਕਹਿੰਦੇ ਨਹੀਂ ਵੀ ਅਜੇ ਮੁੱਕਿਆ ਨਹੀਂ, ਰਾਸ਼ਨ ਪਾਣੀ ਇਹ ਖਾ ਕੇ ਜਾਣਾ ਹੈ। ਕਹਿੰਦੇ ਇਹ ਤਾਂ ਤੇਰਾ ਮੁੱਕਣਾ ਹੀ ਨਹੀਂ ਹੈ, ਅਸੀਂ ਨਹੀਂ ਰਹਿਣਾ ਹੈ। ਕਹਿੰਦੇ ਚੰਗਾ ਜੇ ਨਹੀਂ ਰਹਿਣਾ ਤੇ ਫਿਰ ਲਓ ਦਸ਼ਨਾ ਖੁੱਲੀ ਡੁੱਲੀ। ਉਹ ਖੁੱਲੇ ਰੁਪਈਏ ਦੇ ਤੇ ਦਸ਼ਨਾ ਵਜੋਂ ਫਿਰ ਜਿੱਥੇ ਕਿਤੇ ਰਸਤਿਆਂ ਵਿੱਚ ਜਾ ਰਿਹਾ ਧੰਨ ਕਬੀਰ ਕਰਦੇ ਜਾਂਦੇ ਆ। ਕਹਿੰਦੇ ਇਹੋ ਜਿਹਾ ਤਾਂ ਵੀ ਅੱਜ ਦੇ ਸਮੇਂ ਕੋਈ ਰਾਜਾ ਵੀ ਨਹੀਂ ਜੱਗ ਕਰ ਸਕਦਾ ਜਿਹੋ ਜਿਹਾ ਕਬੀਰ ਨੇ ਜੱਗ ਕੀਤਾ। ਇਹ ਖਵਾ ਕੇ ਮਿਠਾਈਆਂ ਅਸੀਂ ਸਾਧ ਬਿਮਾਰ ਕਰਤੇ। ਫਿਰ ਇੰਨੀ ਦਸ਼ਨਾ ਦਿੱਤੀ ਹੈ ਵੀ ਇੰਨਾ ਕੋਈ ਰਾਜਾ ਨਹੀਂ ਦੇ ਸਕਦਾ। ਇਹ ਵੀ ਪਰਮੇਸ਼ਰ ਦੀ ਭਗਤੀ ਕਰਦਾ ਕਬੀਰ, ਜਿਸ ਕਰਕੇ ਆਹ ਸਾਰਾ ਕੁਝ ਰਿੱਧੀ ਸਿੱਧੀ ਵਰਤੀ ਹੈ। ਧੰਨ ਹੈ ਵੀ ਕਬੀਰ। ਤੇ ਇਧਰ ਵਿਚਾਰਾ ਕਬੀਰ ਜਿਹੜਾ ਹੈ ਉਹ ਇੱਕ ਮੋਰੇ ਦੇ ਲੁਕਿਆ ਹੋਇਆ ਸੀ, ਕਿਉਂਕਿ ਉਹ 420 ਕਰਕੇ ਵੀ ਇਹਦੀ ਭੰਡੀ ਕਰਾਈਏ ਐਵੇਂ ਲਿਖਦੇ ਸੀ ਪੱਤਰ। ਇੱਧਰ ਵੀ ਕਬੀਰ ਦੇ ਘਰੇ ਜੱਗ ਹੈ ਵੀ ਫਲਾਣੇ ਦਿਨ, ਸਾਰੇ ਆਹ ਜਮਾਤਾਂ ਸਮਸ਼ਟੀ ਭੰਡਾਰਾ ਹੈ। ਉਹ ਬਸ ਸਾਰੇ ਤੁਰੇ ਆਉਂਦੇ ਸੀ ਚੇਲੇ ਚਾਰਣਿਆਂ ਸਮੇਤ ਕਬੀਰ ਜੀ ਦਾ ਘਰ ਪੁੱਛਦੇ ਕਿੱਥੇ ਹੈ। ਤਾਂ ਕਬੀਰ ਜੀ ਨੂੰ ਪਤਾ ਲੱਗਿਆ ਵੀ ਇਹ ਤਾਂ ਮੇਰੇ ਨਾਲ 420 ਇੱਥੋਂ ਦੇ ਲੋਕਾਂ ਨੇ ਕਰਾਈ ਹੈ। ਉਹ ਭੱਜ ਕੇ ਲੁਕ ਗਏ ਸੀ ਬਾਹਰ।
ਫਿਰ ਪਰਮੇਸ਼ਰ ਨੇ ਇਹ ਸਾਰਾ ਯੁੱਗ ਪੂਰਾ ਕਰ ਕਰਾ ਕੇ ਉਦੋਂ ਬਾਅਦ ਜਿੱਥੇ ਕਬੀਰ ਸਾਹਿਬ ਜੀ ਗਏ ਵੈਸੀ ਉੱਥੇ ਗਏ। ਕਹਿਣ ਲੱਗੇ ਵੀ ਕਾਰਜ ਹੋ ਗਿਆ, ਹੁਣ ਜਾ ਕੇ ਕਰ ਸੰਭਾਲ। ਆਪ ਹਲੋਪ ਹੋ ਗਏ ਕਬੀਰ ਜੀ। ਉੱਥੋਂ ਨਿਕਲ ਕੇ ਜਦੋਂ ਘਰੇ ਆਏ, ਆਂਢ ਗੁਆਂਢ ਦੇ ਹੋਰ ਜਿਹੜੇ ਸਾਧੂ ਸੰਤ ਕਾਂਸ਼ੀ ਦੇ ਸੀ, ਕਬੀਰ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਤਾਂ ਕਮਾਲ ਹੀ ਕਰਤੀ ਮਹਾਰਾਜ, ਵੇ ਇੰਨਾ ਵੱਡਾ ਜਗ ਕੀਤਾ, ਏਡਾ ਵੱਡਾ ਸਮਸ਼ਟੀ ਭੰਡਾਰਾ ਕੀਤਾ, ਵੇ ਕੋਈ ਨਹੀਂ ਕਰ ਸਕਦਾ। ਇਹ ਮਹਾਰਾਜ ਤੁਸੀਂ ਕਿਵੇਂ ਕਰ ਲਿਆ, ਇੰਨਾ ਪ੍ਰਬੰਧ ਕਿਵੇਂ ਹੋ ਗਿਆ। ਕਬੀਰ ਸਾਹਿਬ ਜੀ ਨੇ ਆਪਣੇ ਸਤਸੰਗੀਆਂ ਨੂੰ ਵੀ, ਉਹਨਾਂ ਸਾਧੂਆਂ ਨੂੰ ਵੀ ਕਿਹਾ, ਕਹਿੰਦੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਗਿਆਨੋਂ ਕਿਸ਼ਾਰ ਕੀਆ, ਭਇਓ ਕਬੀਰ ਕਬੀਰ। ਕੀ ਜਾਣੇ, ਕਹਿੰਦੇ ਸਾਰਾ ਕੁਝ ਤਾਂ ਉਹ ਹਰੀ ਨੇ ਕੀਤਾ ਵੀ ਉਹਦਾ ਨਾਮ ਵੀ ਕਬੀਰ ਹੈ, ਵੱਡਾ ਹੋਣ ਕਰਕੇ। ਮਾਂ ਨੇ ਕਹਿੰਦੇ ਬੇਸਮਝ ਨੇ ਮੇਰਾ ਨਾਮ ਕਬੀਰ ਲੱਗਦਾ, ਮੈਂ ਤਾਂ ਵੱਡਾ ਨਹੀਂ ਸੀਗਾ, ਮੇਰਾ ਨਾਂ ਕਬੀਰ ਰੱਖਤਾ ਵੀ ਇਹ ਬਹੁਤ ਵੱਡਾ ਹੈ। ਇਸ ਕਰਕੇ ਉਹ ਵੱਡੇ ਨੇ ਆਪਣਾ ਨਾਮ ਜਾਣ ਕੇ ਲੱਜਿਆ ਰੱਖੀ, ਐਵੇਂ ਕਬੀਰ ਕਬੀਰ ਹੋ ਗਿਆ। ਮੈਂ ਨਹੀਂ ਕੁਝ ਕਰਿਆ, ਨਾ ਕਹਿੰਦੇ ਕੁਝ ਕਰ ਸਕਿਆਂਗੇ, ਨਾ ਕਰ ਸਕਣਾ ਅੱਗੇ ਨੂੰ। ਇਹ ਤਾਂ ਉਹਨੇ ਸਾਰਾ ਕੁਝ ਕਰਿਆ ਇੱਕ ਵਾਰ ਹੈ। ਇਸ ਤਰ੍ਹਾਂ ਨਾਮ ਦੇ ਪ੍ਰਤਾਪ ਕਰਕੇ ਕਬੀਰ ਦਾ ਜਗ ਸੰਪੂਰਨ ਪਰਮੇਸ਼ਰ ਨੇ ਕਰਾਇਆ ਤੇ ਧੰਨ ਧੰਨ ਕਰਾ ਦਿੱਤੀ। ਇਸ ਤੋਂ ਅੱਗੇ ਇੱਕ ਪੂਰਵ ਰਾਜਾ ਹੋਇਆ, ਉਹਦਾ ਨਾਂ ਕੋਈ ਲੈ ਰਿਹਾ ਵੀ ਉਹ ਵੀ ਨਾਮ ਦੇ ਪ੍ਰਤਾਪ ਕਰਕੇ ਦੁਨੀਆ ਵਿੱਚ ਮਹਾਨ ਹੋਇਆ। ਦੂਰਬਾ ਪਰੂਰੋ ਅੰਗਰਾ ਗੁਰੂ ਨਾਨਕ ਜਸ ਗਾਇਓ ਭੱਟਾ ਨੇ ਕਿਹਾ ਵੀ ਜਿਹੜਾ ਪਰੂਰੋ ਰਾਜਾ ਹੈ ਇਹ ਬਹੁਤ ਹੀ ਰਾਤ ਦਿਨ ਭਗਤੀ ਵਿੱਚ ਲਿਵਲੀਨ ਰਹਿੰਦਾ ਸੀ। ਇੱਕ ਵਾਰੀ ਜਿਹੜੇ ਕੋਈ ਤੀਰਥ ਯਾਤਰਾ ਦਾ ਮਹਾਤਮ ਜਾਂ ਜ਼ਿਆਦਾ ਕਹਿਣ ਵਾਲੇ ਸੀ, ਉਹ ਆ ਬੈਠੇ ਇਹਨਾਂ ਕੋਲੇ। ਕਹਿੰਦੇ ਮਹਾਰਾਜ ਤੁਸੀਂ ਇਹ ਰਾਜਾ ਜੀ ਇੱਥੇ ਭਗਤੀ ਕਰਿਆ, ਤੀਰਥ ਯਾਤਰਾ ਦਾ ਬੜਾ ਮਹਾਨ ਹੈ, ਬਹੁਤ ਫਲ ਹੈ, ਤੁਸੀਂ ਤੀਰਥ ਯਾਤਰਾ ਵੀ ਚੱਲਿਆ ਕਰੋ, ਕਰਿਆ ਕਰੋ, ਤੁਹਾਨੂੰ ਦੇਖ ਕੇ ਹੋਰ ਕਰਨਗੇ, ਉਹਨਾਂ ਨੂੰ ਵੀ ਫਲ ਮਿਲੂ। ਜੇ ਤੁਸੀਂ ਨਹੀਂ ਜਾਂਦੇ ਕਿਸੇ ਪਾਸੇ ਤੇ ਲੋਕਾਂ ਨੇ ਕੀ ਜਾਣਾ। ਅਗਲਾ ਕਹਿੰਦਾ ਰਾਜਾ ਤਾਂ ਜਾਂਦਾ ਨਹੀਂ। ਇਸ ਕਰਕੇ ਤੁਹਾਡਾ ਪਰਉਪਕਾਰ ਹੋਇਆ। ਜਦੋਂ ਬਾਰ ਕਹੀ ਹੋਏ ਫਿਰ ਮਨ ਵਿੱਚ ਖਿਆਲ ਆਇਆ ਵੀ ਚਲੋ ਆਪਾਂ ਵੀ ਤੀਰਥ ਯਾਤਰਾ ਕਰਿਆ ਆਉਨੇ। ਤੇ ਅੰਮ੍ਰਿਤ ਵੇਲੇ ਆਕਾਸ਼ਬਾਣੀ ਹੋਈ ਇਹਨੂੰ ਪਰੂਰੋ ਰਾਜੇ ਨੂੰ, ਕਹਿੰਦੇ ਉਹ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਆ ਜਿਹੜੇ 68 ਤੀਰਥ ਇੱਥੇ ਆ ਕੇ ਨਾ ਤੇਰੇ ਕੁੰਡ ਵਿੱਚ ਜਲ ਭਰ ਦੇਣਗੇ, ਇਹਨਾਂ ਵਿੱਚ ਤੂੰ ਇਸ਼ਨਾਨ ਕਰ ਲਈ। ਸੁਣਿਆ 8 ਸਰਕਾ ਇਸ਼ਨਾਨ, ਜਿਹੜਾ ਨਾਮ ਦਾ ਸੁਣਨਾ ਕਰਦਾ ਗੁਰੂ ਦੁਆਰਾ, ਉਹਦਾ 68 ਤੀਰਥਾਂ ਦਾ ਇਸ਼ਨਾਨ ਵਿੱਚੇ ਆ ਜਾਂਦਾ ਹੈ। ਸੋ ਸਾਰੇ ਕਹਿੰਦੇ ਅੰਮ੍ਰਿਤ ਵੇਲੇ 68 ਤੀਰਥ ਜਿੰਨੇ ਸੀ ਉਹ ਆਏ, ਇਹਦੇ ਕੁੰਡ ਵਿੱਚ ਉਹ ਜਲ ਭਰ ਦਿੱਤਾ, ਇਸਨੇ ਇਸ਼ਨਾਨ ਕਰ ਲਿਆ। ਤੇ ਇਹ ਨਾਮ ਦੇ ਪ੍ਰਤਾਪ ਕਰਕੇ ਇਸ ਤਰ੍ਹਾਂ ਇਹ ਪੂਰੋ ਰਾਜਾ 68 ਤੀਰਥਾਂ ਦਾ ਇਸ਼ਨਾਨੀ ਘਰੇ ਹੋ ਗਿਆ। ਇਸੇ ਤਰ੍ਹਾਂ ਅੰਗਰੇ ਰਿਖੀ ਹੋਇਆ ਹੈ। ਉਹ 7 ਰਿਖੀਆਂ ਵਿੱਚ ਇਹਦਾ ਨਾਂ ਆਉਂਦਾ ਹੈ, ਜਿਵੇਂ ਪਲਸਤ ਰਿਖੀ, ਪਰਤ ਰਿਖੀ, ਅੰਗਰਾ ਰਿਖੀ। ਇਸ ਤਰ੍ਹਾਂ ਦੇ ਇਹ ਜਿਹੜਾ ਅੰਗਰਾ ਰਿਖੀ ਸੀ, ਇਹਦਾ ਮਨ ਜਾ ਤਪਦਾ ਰਹਿੰਦਾ ਸੀ, ਮਨ ਟਿਕਾ ਵਿੱਚ ਨਹੀਂ ਆਉਂਦਾ ਸੀ। ਫਿਰ ਬ੍ਰਹਮਾ ਨੇ ਇਹਨੂੰ ਵਾਸੁਦੇਵ ਦਾ ਜਾਪ ਕਰਨ ਲਈ ਉਪਦੇਸ਼ ਦਿੱਤਾ ਸੀ, ਮੰਤਰ ਦਿੱਤਾ ਸੀ। ਉਹ ਵਾਸੁਦੇਵ ਦੇ ਜਾਪ ਕਰਕੇ, ਮੰਤਰ ਕਰਕੇ ਅੰਗਰੇ ਰਿਖੀ ਦਾ ਫਿਰ ਮਨ ਟਿਕਾ ਵਿੱਚ ਆ ਗਿਆ, ਤਪਣੋਂ ਹਟ ਗਿਆ ਸੀ। ਜਿਸ ਕਰਕੇ ਅੰਗਰਾ ਰਿਖੀ ਦਾ ਵੀ ਨਾਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਭੱਟਾ ਨੇ ਕਿਹਾ, ਦੂਰਵਾ ਪਰੂਰੋ ਅੰਗਰ ਹੈ, ਗੁਰੂ ਨਾਨਕ ਜਸ ਗਾਏ। ਇਹ ਵੀ ਗੁਰੂ ਨਾਨਕ ਦਾ ਜਸ ਗਾਉਂਦੇ। ਗੁਰੂ ਨਾਨਕ ਪਰਮੇਸ਼ਰ ਰੂਪ ਹੈ, ਪਰਮੇਸ਼ਰ ਦਾ ਜਸ ਗਾਉਂਦੇ, ਮਾਨੋ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾ ਰਹੇ ਹੈ।
ਇਸੇ ਤਰ੍ਹਾਂ ਅੱਗੇ ਨਾਮਦੇਵ, ਇਹ ਨਾਮਦੇਵ ਦੇ ਜਿਹੜੇ ਕੋਈ ਘਰ ਦੀ ਛਪਰੀ ਜੀ ਹੈ, ਉਹ ਵੀ ਨਾਮ ਪਰਮੇਸ਼ਰ ਨੇ ਆ ਕੇ ਬੰਨ੍ਹ ਦਿੱਤੀ ਸੀ। ਪਾੜ ਪੜੋਸਨ ਪੂਛ ਲੈ ਨਾਮਾ ਕਾ ਪਹਿਚਾਨ शिवाई हो, तो पै दुमड़ी मंजूरी देखो मौके बेडी देहो बताई हो। रिबाई बड़ बेडी दे न जाई, देख बेडी रहो समाई, हमारा बेडी प्राण आधारा। बेडी प्रीत मंजूरी मांगा, जे कोई शान छवावे गो, लोक कुटुंब सबों तो तोरा, तो आपन बेडी आवे गो। बेडी के गुण सुनरी भाई, जल्दवान तू थाप्यो है, नामे के सी बहोरी, लंघ पपीखण आप्यो हो। इस तरह नामदेव दी ਉਹ ਛਪਰੀ ਛੰਨ ਬੰਨ ਦਿੱਤੀ। ਨਾਮ ਦੇ ਪ੍ਰਤਾਪ ਕਰਕੇ ਜਿਹੜਾ ਉਹ ਕਹਿ ਦਿੱਤਾ ਸੀ ਵੀ 7 ਘੜੀਆਂ ਦੇ ਅੰਦਰ ਅੰਦਰ ਜਾਂ ਤਾਂ ਮਰੀ ਗਊ ਜਿਉਂਦੇ ਕਰਦੇ, ਜਾਂ ਕੋਈ ਸਿੱਧੀ ਤਾਕਤ ਦਿਖਾ, ਨਹੀਂ ਮੁਸਲਮਾਨ ਬਣ ਜਾ, ਇੰਨਾ ਚ ਇੱਕ ਗੱਲ ਨੂੰ ਤਿਆਰ ਹੋ ਜਾ। ਕਹਿੰਦਾ ਵੀ ਇਹ ਜਿਹੜਾ ਨਾਮ ਹੈ ਉਹ ਤਾਂ ਹੁਣ ਜਿਹੜਾ ਮੈਨੂੰ ਮਿਲਿਆ ਗੁਰੂ ਪਾਸੋਂ ਉਹੀ ਲਵਾਂਗਾ। ਠੀਕ ਹੈ, ਭਾਵੇਂ ਸਾਰੇ ਨਾਮ ਉਸੇ ਦੇ ਹੈ, ਪਰ ਜਿਹੜਾ ਗੁਰੂ ਪਾਸੋਂ ਮਿਲਿਆ ਉਹੀ ਜਪਾਂਗਾ। ਰਾਮ ਰਾਮ, ਅੱਲਾ ਅੱਲਾ ਨਹੀਂ ਕਹਿਣਾ ਹੈ। ਤੇ ਉਹ ਮਾਂ ਕਹਿੰਦੀ ਛੋੜ ਰਾਮ ਕੀ ਨਾ ਭਜਾਏ ਖੁਦਾਏ, ਵੀ ਰਾਮ ਰਾਮ ਕਰਨਾ ਛੱਡ ਕੇ ਤੂੰ ਖੁਦਾ ਨਹੀਂ ਭਜ ਲੈਂਦਾ, ਜਾਨ ਬਾਜੂਗੀ, ਜਿਉਂਦਾ ਰਹੇਗਾ, ਨਹੀਂ ਮਾਰ ਦੇਣਗੇ। ਤੇ ਉਸ ਵੇਲੇ ਵੀ ਮਾਂ ਵੀ ਜਿਹੜਾ ਗੁਰੂ ਨੇ ਨਾਮ ਬਖਸ਼ਿਆ ਉਹ ਤੋਂ ਛੁਡਾ ਕੇ ਮੈਨੂੰ ਖੁਦਾ ਕਹਾਉਂਦੀ ਹੈ। ਤੇ ਮਾਂ ਨੂੰ ਵੀ ਭਗਤ ਨਾਮਦੇਵ ਜੀ ਨੇ ਜਵਾਬ ਕਹਿੰਦਾ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮਾਰੀ ਮੇਰੀ ਮਾਂ ਹੈ। ਕਹਿੰਦੇ ਮੈਂ ਤੇਰਾ ਪੁੱਤਰ ਹੀ ਨਹੀਂ, ਤੂੰ ਮੇਰੀ ਮਾਂ ਹੀ ਨਹੀਂ ਹੈ। ਜਿਹੜਾ ਗੁਰੂ ਨੇ ਮੰਤਰ ਬਖਸ਼ਿਆ ਉਹ ਛੁਡਾ ਕੇ ਤੂੰ ਹੋਰ ਜਪਾਉਣੀ ਮੈਨੂੰ, ਗੁਰੂ ਤੋਂ ਬੇਮੁਖ ਕਰਦੀ ਹੈ। ਮਾਂ ਨਹੀਂ ਤੂੰ ਮੇਰੀ, ਮੈਂ ਤੇਰਾ ਪੁੱਤ ਹੀ ਨਹੀਂ ਹੈ। ਇਹ ਤਾਂ ਪਿੰਡ ਪੜਾ ਤੋਂ ਹਰ ਗੁਣ ਗਾਏ। ਮਾਂ ਮੈਂ ਸੱਚ ਕਹਿਣਾ ਹੈ, ਸਰੀਰ ਤਾਂ ਢੇਰੀ ਹੋ ਜਾਏਗਾ, ਜਿੰਨਾ ਚਿਰ ਸਵਾਚ ਦੇ ਨਾਮਦੇਵ ਤਾਂ ਹਰੀ ਦੇ ਗੁਣ ਗਾਊਗਾ। ਇਹ ਤਾਂ ਰਾਮ ਰਾਮ ਹੀ ਆਖੂਗਾ, ਇੱਥੇ ਅੱਲਾ ਅੱਲਾ ਖੁਦਾ ਨਹੀਂ ਨਿਕਲ ਸਕਦਾ। ਠੀਕ ਹੈ, ਭਾਵੇਂ ਖੁਦਾ ਤੇ ਰਾਮ ਵਿੱਚ ਫਰਕ ਨਹੀਂ, ਪਰ ਜਿਹੜਾ ਗੁਰੂ ਦੁਆਰਾ ਮਿਲਿਆ ਉਹ ਮੇਰੇ ਲਈ ਸਹਾਇਕ ਹੈ। ਫਿਰ ਉਹ ਜਦੋਂ 7 ਘੜੀਆਂ ਦਾ ਸਮਾਂ ਜਾ ਹੋ ਗਿਆ ਤੇ ਉਹ ਘੰਟੀ ਜੀ ਵੱਜੀ ਤੇ ਮਨ ਵਿੱਚ ਖਿਆਲ ਜਿਹਾ ਆਇਆ ਵੀ ਰੱਖਿਆ ਕਰਨ ਵਾਲੇ ਨਹੀਂ ਆਏ। ਇੰਨਾ ਚਿਰ ਤਾਂ ਉਹਨਾਂ ਨੂੰ ਲੱਗਣਾ ਨਹੀਂ ਚਾਹੀਦਾ ਸੀ ਤੇ ਨਾ ਲਾਉਂਦੇ ਆ। ਉਹ ਬਸਿਆ ਫੁਰਨਾ ਜਾ ਕਰਨ ਦੀ ਦੇਰੀ ਸੀ। ਪਾਖੰਡਣ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਉਹ ਆ ਗਏ ਗਰੜ ਦੀ ਸਵਾਰੀ ਤੇ ਚੜੇ ਚੜਾਏ ਤੇ ਆਉਂਦਿਆਂ ਸਾਰ ਨਾਮਦੇਵ ਨੂੰ ਕਿਹਾ, ਕਹੇ ਤਾਂ ਧਰਨ ਕੋਡੀ ਕਰੋ, ਜੇ ਤੂੰ ਕਹੇ ਤਾਂ ਧਰਤੀ ਕੋਡੀ ਕਰਦੇ ਆ, ਜੇ ਕਹੇ ਤਾਂ ਉਹਨੂੰ ਫਿਰ ਉੱਪਰ ਲੈ ਕੇ ਰੱਖਦੇ ਆ, ਉਲਟੀ ਪੁਲਟੀ ਕਰਦੇ ਆ। ਜੇ ਤੂੰ ਵੀ ਆ ਕੇ ਮਰੀ ਗਊ ਜੀ ਆ ਦੇਵਾਂ, ਦੱਸ ਕੀ ਕਰਾਉਣਾ ਹੈ। ਕਹਿੰਦਾ ਮਹਾਰਾਜ ਧਰਤੀ ਕਾਹਨੂੰ ਪੁੱਠੀ ਕਰਨੀ, ਕਾਹਨੂੰ ਮਾਰਨੇ ਸਾਰੇ ਆ, ਰੌਲਾ ਤੱਕ ਮਰੀ ਗਊ ਦਾ ਜਿਉਂਦੀ ਕਰ ਦਿਓ, ਸਭ ਠੀਕ ਠਾਕ ਹੋ ਜਾਓ। ਆਸ ਵੇਲੇ ਜਿਉਂ ਗਊ ਜਿਉਂਦੀ ਹੋ ਗਈ ਤੇ ਗਊ ਦੁਹਾਈ ਬਛੜਾ ਮੇਲ ਬਛੜਾ ਛੱਡ ਕੇ ਗਊ ਨੂੰ ਚੋਲਿਆ ਹੈ। ਦੁੱਧਾ ਕੀ ਜਾ ਮੜਕੀ ਭਰੀ, ਲੈ ਬਾਦਸ਼ਾਹ ਕੇ ਅੱਗੇ ਧਰੀ। ਤੇ ਬਾਦਸ਼ਾਹ ਦੇ ਅੱਗੇ ਲਿਆ ਰੱਖੀ ਤਦ ਨਾਲ ਭਰੀ ਹੋਈ ਮੱਟੀ ਜੀ ਮਟਕੀ ਜੀ। ਬਾਦਸ਼ਾਹ ਮਹਿਲ ਮੈਂ ਜਾਏ, ਜਦੋਂ ਮਹਿਲ ਆਪਣੇ ਮਹਿਲਾਂ ਵਿੱਚ ਗਿਆ, ਦੁੱਧ ਜਾ ਪੀ ਕੇ ਔਕੜ ਕੀ ਘੜ ਲੱਗ ਗਈ ਹੈ। ਔਕੀ ਘੜੀ ਆ ਗਈ, ਐਸਾ ਸੂਰ ਉੱਠਿਆ, ਲੱਗ ਗਿਆ ਚਾਂਗਾ ਮਾਰਨ। ਫਿਰ ਉਸ ਵੇਲੇ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਵੀ ਮੈਂ ਤੇਰਾ ਗੂੰਗ ਵਰਗਾ, ਤੂੰ ਮੈਨੂੰ ਬਖਸ਼ ਲਾ। ਲੱਗ ਗਿਆ ਮੇਰੇ ਤਾਂ ਤਰਲੇ ਕਰਨ। ਇਸ ਤਰ੍ਹਾਂ ਉਹ ਰਾਜੇ ਦਾ ਵੀ ਛੇੜਾ ਪਰਮੇਸ਼ਰ ਨਾਮਦੇਵ ਜੀ ਨੇ ਛਡਾਇਆ ਸੀ। ਤੇ ਨਾਮ ਦੇ ਜਾਪ ਕਰਕੇ ਉਹ ਪਰਮੇਸ਼ਰ ਨੇ ਪ੍ਰਗਟ ਪ੍ਰਤੱਖ ਹੋ ਕੇ ਦੁੱਧ ਵੀ ਛਕ ਲਿਆ ਸੀ।
ਇਉਂ ਕਹਿੰਦੇ ਜਿਹੜਾ ਨਾਮਦੇਵ ਹੈ ਉਹਦੀ ਛਪਰੀ ਛਾਈ, ਉਹਦਾ ਦੁੱਧ ਛਕਿਆ, ਉਹਦੀ ਰੱਖਿਆ ਕੀਤੀ। ਕਿਸ ਕਰਕੇ? ਨਾਮ ਕਰਕੇ। ਇਸ ਤੋਂ ਅੱਗੇ ਹੈ ਜਿਹੜਾ ਰਾਵਣ ਦਾ ਛੋਟਾ ਭਾਰਾ ਭੀਖਣ ਹੋਇਆ ਹੈ, ਕਹਿੰਦੇ ਉਹ ਨਾਮ ਕਰਕੇ ਚੰਗੇ ਲੋਕਾਂ ਵਿੱਚ ਪ੍ਰਸਿੱਧ ਹੈ। ਭੇਦ ਭੀਖਣ ਗੁਰਮੁਖ ਪਰਚੈਨ, ਗੁਰਬਾਣੀ ਵਿੱਚ ਵੀ ਆਇਆ ਕਿ ਜਿਹੜਾ ਭੀਖਣ ਸੀ ਉਹਨੇ ਭੇਦ ਦਾ ਪਰਚਾ ਦਿੱਤਾ। ਭੇਦ ਦੱਸਿਆ ਵੀ ਇਹ ਮਹਾਰਾਜ ਜਿਹੜਾ ਦੁਸ਼ਟ ਨਾ ਰੌਣ, ਇਹ ਨਹੀਂ ਮਰਨਾ, ਰਾਮ ਇਉਂ ਮਰੂਗਾ। ਇਸ ਕਰਕੇ ਵੀ ਉਹ ਭੀਖਣ ਫਿਰ ਚਿਰੰਜੀਵੀ ਵੀ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਵੀ ਇਸਨੇ ਮਹਾਰਾਜ ਦੇ ਦਰਸ਼ਨ ਕੀਤੇ ਸੀ, ਤੇ ਇਸੇ ਤਰ੍ਹਾਂ ਸਾਰੀ ਲੰਕਾ ਦਾ ਰਾਜ ਭਾਗ ਦਾ ਮਾਲਕ ਵੀ ਨਾਮ ਦੇ ਪ੍ਰਤਾਪ ਕਰਕੇ ਇਹ ਬਣਿਆ। ਵੀ ਇਹ ਭੀਖਣ ਵੀ ਜਿਹੜਾ ਹੈ ਨਾ, ਇਹਦੇ ਵੱਡੇ ਭਰਾ ਨੂੰ ਮਾਰ ਕੇ ਰਾਜ ਭਾਗ ਮਿਲਿਆ, ਤੇ ਨਾਮ ਦੇ ਜਾਪ ਕਰਕੇ, ਨਾਮ ਦੇ ਕਰਕੇ ਸਤਿਕਾਰ ਹੋਇਆ। ਤੇ ਕੁੰਭਜ ਅਗਸਤ ਰਿਖੀ ਦਾ ਹੈ। 7 ਰਿਖੀਆਂ ਵਿੱਚੋਂ ਇੱਕ ਰਿਖੀ ਦਾ ਨਾਮ ਅਗਸਤ ਹੈ। ਇਹਨੇ ਵੀ 2.5 ਚੁਲੀਆਂ ਵਿੱਚ ਹੀ ਸਮੁੰਦਰ ਕਹਿੰਦੇ ਪੀ ਲਿਆ ਸੀ। ਉਹ ਇੱਕ ਟਟੀਰੀ ਜਿਹਦੇ ਬੱਚੇ ਜੇ ਇਹਨੇ ਰੋੜ ਲਏ ਸੀ, ਤੇ ਇਹਨੇ ਫਿਰ ਜਾਂ ਇਸੇ ਤਰ੍ਹਾਂ 7 ਰਿਖੀਆਂ ਨੇ ਜਦੋਂ ਕੋਈ ਜੱਗ ਵਗੈਰਾ ਕਰਨ ਵਾਸਤੇ ਅੱਡੋ ਅੱਡੀ ਸੇਵਾ ਸੰਭਾਲ ਕੀਤੀ ਸੀ, ਅਗਨੀ ਦੇਵਤਾ ਨੂੰ ਕਿਹਾ ਵੀ ਤੂੰ ਵੀ ਅੱਗ ਦੀ ਸੇਵਾ ਕਰਨੀ ਹੈ। ਇਸ ਤਰ੍ਹਾਂ ਪੌਣ ਦੇਵਤੇ ਨੂੰ ਕਿਹਾ ਵੀ ਤੂੰ ਵੀ ਸੇਵਾ ਕਰਨੀ, ਇਹਦੇ ਵਿੱਚ ਹਿੱਸਾ ਲਿਆ। ਇਹ ਜਿਹੜਾ ਜਲ ਦੇਵਤਾ ਸੀ, ਇਹਨੂੰ ਦੋਨੋਂ ਕਿਹਾ ਵੀ ਤੂੰ ਵੀ ਇਹ ਨੰਗ ਮਲੰਗ ਤੁਸੀਂ ਮੇਰੇ ਤੇ ਹੁਕਮ ਕਰਦੇ ਹੋ, ਮੈਂ 999 ਨਦੀ ਦਾ ਮਾਲਕ, ਮੈਂ ਤੁਹਾਡਾ ਝੋਰੂ ਪਾਣੀ ਢੋਵਾਂ? ਇਹ ਨਹੀਂ ਹੋ ਸਕਦਾ ਹੈ। ਇੱਥੋਂ ਚਲੇ ਜਾਓ, ਚੁੱਲੀ ਬਿਸਤਰਾ ਚੱਕ ਕੇ ਮੈਂ ਸਾਰਿਆਂ ਨੂੰ ਕਹਿੰਦੇ ਇੱਥੋਂ ਰੋੜ ਦੂੰਗਾ। ਜਦੋਂ ਫਿਰ ਇਸ ਤਰ੍ਹਾਂ ਜੇ ਹੰਕਾਰ ਜਿਹਾ ਕੀਤਾ ਕਰਨ ਲੱਗਿਆ, ਫਿਰ ਅਗਸਤ ਰਿਖੀ ਕਹਿੰਦਾ ਚੰਗਾ ਹੁਣ ਮੈਂ ਤੈਨੂੰ ਸੂਤ ਕਰਦਾ ਹੰਕਾਰੀ ਨੂੰ। ਉਹ ਫਿਰ 2.5 ਚੁਲੀਆਂ ਨਾਲ ਹੀ ਫਿਰ ਵਿਰਾਟ ਰੂਪ ਧਾਰਨ ਕਰਕੇ ਨਾ ਨਾਮ ਦੇ ਪ੍ਰਤਾਪ ਨਾਲ ਸਾਰੇ ਹੀ ਖਤਮ ਕਰ ਗਿਆ। ਫਿਰ ਜਿੰਨੇ ਜਲ ਜੰਤੂ ਸੀ ਸਾਰੇ ਤਰਫਣ ਲੱਗੇ। ਫਿਰ ਦੇਵਤੇ ਆਏ, ਕਹਿੰਦੇ ਵੀ ਮਹਾਰਾਜ ਆ ਮਰ ਜਾਣਗੇ ਸਾਰੇ। ਕਹਿੰਦਾ ਵੀ ਹੁਣ ਇਹ ਤਾਂ ਨਹੀਂ ਹੈ, ਲਘੂ ਸ਼ੰਕਾ ਪਿਸ਼ਾਬ ਰਾਹੀਂ ਤਾਂ ਮੈਂ ਕੱਢ ਸਕਦਾ ਇਹਨੂੰ, ਇਹ ਬਾਕੀ ਇਹਨੂੰ ਦੰਡ ਵੀ ਦੇਣਾ ਹੈ ਵੀ ਇਹ ਮਾਣ ਕਰਦਾ। ਹੁਣ ਇਹ ਪਾਣੀ ਕਹਿੰਦੇ ਪੀਣ ਯੋਗ ਨਹੀਂ ਰਹੂ, ਖਾਰਾ ਹੋਊ ਸਾਰਾ। ਇਸ ਤਰ੍ਹਾਂ ਅਗਸਤ ਰਿਖੀ ਜਿਹੜਾ ਹੈ ਨਾ, ਉਹਨੇ ਨਾਮ ਦੇ ਪ੍ਰਤਾਪ ਕਰਕੇ ਵਿਰਾਟ ਰੂਪ ਧਾਰਨ ਕਰਕੇ 2.5 ਚੁਲੀਆਂ ਵਿੱਚ ਸਮੁੰਦਰ ਨੂੰ ਅੰਦਰ ਲਾ ਰਿਹਾ। ਦੂਜਾ ਇਸ ਤਰ੍ਹਾਂ ਵੀ ਉਹ ਪੁਰਾਣ ਵਿੱਚ ਲੇਖ ਹੈ ਕਿ ਇਹ ਕਾਲ ਕੇ ਨਾਮ ਦੇ ਜਿਹੜੇ ਦੈਂਤ ਹੈ ਨਾ, ਉਹ ਰਿਕਸ਼ਿਆਂ ਮੁਨੀਆਂ ਦੇ ਜਿੰਨੇ ਜਗ ਦੇ ਸਾਜੋ ਸਮਾਨ ਹੈ ਉਹ ਵੀ ਇਹ ਵਿਗਾੜ ਦਿੰਦੇ, ਤੇ ਬਹੁਤ ਦੇਵਤਿਆਂ ਦੀ ਲੁੱਟ ਖਸੁੱਟ ਕਰਦੇ। ਜਦੋਂ ਇਹਨਾਂ ਦੇ ਮਗਰ ਪੈਂਦੇ, ਇਹ ਜਾ ਕੇ ਸਮੁੰਦਰ ਵਿੱਚ ਹੇਠਾਂ ਲੁਕ ਜਾਂਦੇ ਸੀ ਇਹ ਦੈਂਤ ਜੀ। ਫਿਰ ਉਸ ਵੇਲੇ ਅਗਸਤ ਰਿਖੀ ਨੂੰ ਕਿਹਾ ਵੀ ਮਹਾਰਾਜ ਕੋਈ ਉਪਰਾਲਾ ਹੀਲਾ ਕਰੋ, ਇਹ ਹੁਣ ਸਮੁੰਦਰ ਦੇ ਹੇਠਾਂ ਵਿੱਚ ਜਾ ਲੱਗਦੇ, ਇਹ ਮਰਦੇ ਨਹੀਂ ਹੈ। ਜਦੋਂ ਜੀ ਕਰਦਾ ਉਹ ਲੁੱਟ ਖਸੁੱਟ ਕਰ ਜਾਂਦੇ, ਮਾਰ ਮੁਕਾ ਜਾਂਦੇ ਕਾਲ ਕੇ ਦੈਂਤ। ਕਹਿੰਦੇ ਉਸ ਵੇਲੇ ਫਿਰ ਨਾਮ ਦੇ ਪ੍ਰਤਾਪ ਨਾਲ ਅਗਸਤ ਰਿਖੀ ਨੇ ਪਰਮੇਸ਼ਰ ਦਾ ਧਿਆਨ ਕਰਕੇ ਵਿਰਾਟ ਰੂਪ ਜਾ ਧਾਰਨ ਕਰ ਲਿਆ, ਤੇ ਸਮੁੰਦਰ ਨੂੰ ਇੱਕ ਘੁੱਟ ਵਾਂਗ ਹੀ, ਜਿਵੇਂ ਇੱਕ ਘੁੱਟ ਪਾਣੀ ਪੀ ਲੈਂਦਾ ਇਉਂ ਕਹਿੰਦੇ ਅੰਦਰ ਪੀ ਲਿਆ, ਅੰਦਰ ਲੰਘਾ ਲਿਆ ਇਸ ਨੇ। ਉਸ ਵੇਲੇ ਫਿਰ
ਪਾਣੀ ਹੁਣ ਜਦੋਂ ਸਮੁੰਦਰ ਖਾਲੀ ਹੋ ਗਿਆ ਤੇ ਫਿਰ ਇਹ ਜਿਹੜੇ ਕਾਲ ਕੇ ਦੈਨ ਸੀ ਇਹਨਾਂ ਤੇ ਫਿਰ ਦੇਵਤਿਆਂ ਨੇ ਹੱਲਾ ਮੋਲਤਾ, ਸਾਰੇ ਮਾਰ ਮੁਕਾ ਦਿੱਤੇ। ਇਸ ਤਰ੍ਹਾਂ ਉਹਨਾਂ ਦੇਵਤਿਆਂ ਦੀ ਸਹਾਇਤਾ ਅਗਸਤਿ ਨੇ ਕੀਤੀ ਸੀ। ਉਹ ਇਸ ਕਰਕੇ ਨਾਮ ਦੇ ਪ੍ਰਤਾਪ ਕਰਕੇ ਐਸੇ ਮਹਾਨ ਅਗਸਤਿ ਜੀ ਹੋਏ। ਇੱਕ ਇਹਦੇ ਨਾਂ ਤੇ ਆਤਾ ਰਾਜਾ ਵੀ ਚੜ੍ਹਦਾ ਹੁੰਦਾ, ਉਹ ਵੱਖਰਾ ਹੈ, ਉਹ ਨਛੱਤਰਾਂ ਵਿੱਚ ਆ ਜਾਂਦਾ, ਇਹ ਰਿਖੀਆਂ ਵਿੱਚ ਆ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਕੁੰਭਜ ਅਗਸਤਿ ਹੋਇਆ, ਇਹ ਵੀ ਨਾਮ ਦੇ ਕਰਕੇ ਮਹਾਨ ਬਣਿਆ, ਮੰਨੇ ਗਏ, ਪੂਜਨੀਕ ਹੋਏ, ਸਤਿਕਾਰੇ ਗਏ ਹਨ। ਰਵਿਦਾਸ ਅਜਾਮਲ ਊਦਵ ਕਰੂਰ। ਰਵਿਦਾਸ ਢਵੰਤਾ ਢੋਰਨੀ ਤੇ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਨਾਮ ਦੇ ਪ੍ਰਤਾਪ ਕਰਕੇ ਦੇਖ ਲਓ, ਉਸ ਸਿਲਾ ਦੇ ਹੇਠੋਂ ਗੰਗਾ ਵਗਦੀ ਦਿਖਾ ਦਿੱਤੀ ਤੇ ਉਹ ਜਿਸ ਸਿਲਾ ਤੇ ਆਪ ਉਹ ਸਾਰਾ ਜੋੜਿਆਂ ਦਾ ਕੰਮ ਜਾਂ ਕਰਦੇ ਹੁੰਦੇ, ਵੱਢਦੇ ਟੁਕਦੇ ਹੁੰਦੇ ਸੀ, ਤੇ ਉਹ ਜਾਨੀ ਉਹਦਾ ਜਿਹੜਾ ਰੂਪ ਰੰਗ ਜਿਹਾ ਸੀ ਉਹ ਇਸ ਤਰ੍ਹਾਂ ਦਾ ਸੀ ਵੀ ਜਿਵੇਂ ਕੋਈ ਠਾਕਰ ਹੋਵੇ, ਧਾਰੀ ਜੀ ਸੀ। ਉਹਦੇ ਤੇ ਈਰਖਾ ਕਰਕੇ ਪੰਡਤਾਂ ਨੇ ਉਹ ਚੁੱਕ ਕੇ ਲੈ ਗਏ ਸੀ, ਤੂੰ ਕਹਿੰਦੇ ਬੇਅਦਬੀ ਕਰਦਾ ਹੈ, ਇੱਥੇ ਵੀ ਇਹਨਾਂ ਦੇ ਜੋੜੇ ਗੰਢਦਾ ਤੂੰ। ਉਸ ਵੇਲੇ ਰਾਤ ਦੇ ਸਮੇਂ ਐਸਾ ਭਾਣਾ ਵਰਤਿਆ ਸੀ, ਜਿਹੜਾ ਉਹ ਚੁੱਕ ਕੇ ਲਿਆ ਸੀ ਨਾ ਪੰਡਤ, ਉਹਦੀ ਹਿੱਕ ਤੇ ਜਾ ਚੜੇ। ਕਹਿੰਦੇ ਵੀ ਉੱਥੇ ਰੱਖ ਕੇ ਆ, ਨਹੀਂ ਤਾਂ ਦੇਖ ਲਾ, ਮੈਂ ਉੱਥੇ ਹੀ ਠੀਕ ਹੈ, ਉੱਥੇ ਮੇਰਾ ਆਦਰ ਸਤਿਕਾਰ ਹੈ। ਦਿਨ ਚੜ੍ਹਦੇ ਨਾਲ ਬਸ ਫਿਰ ਉਹ ਝਟਪਟ ਆ ਕੇ ਸ਼ਰਨ ਪੈ ਗਿਆ, ਕਹਿੰਦਾ ਬਖਸ਼ ਲਓ ਮਹਾਰਾਜ, ਮਾਰ ਦੇਣਾ ਸੀ ਇਹਨੇ। ਇਸੇ ਤਰ੍ਹਾਂ ਇੱਕ ਵਾਰੀ ਕੋਈ ਯਾਤਰੂ ਆਏ, ਕਹਿਣ ਲੱਗੇ ਮਹਾਰਾਜ ਸਾਡੇ ਨਾਲ ਯਾਤਰਾ ਕਰਨ ਲਈ ਚੱਲੋ। ਕਹਿੰਦੇ ਵੀ ਨਹੀਂ, ਆਏ ਗਏ ਸਾਧੂਆਂ ਦੇ ਜੋੜੇ ਸੋਹਣੇ ਹੁੰਦੇ, ਉਸ ਸੇਵਾ ਵਿੱਚ ਰੁਕਾਵਟ ਪੈ ਗਈ ਤੇ ਤੁਸੀਂ ਜਾਓ। ਕਹਿੰਦੇ ਫਿਰ ਮਹਾਰਾਜ ਹੋਰ ਕੋਈ ਗੱਲਬਾਤ? ਕਹਿੰਦੇ ਆ ਸਾਡੇ ਕੋਲ ਇੱਕ ਕਸੀਰਾ ਹੈਗਾ, ਥੋੜੀ ਜਿਹੀ ਭੇਟਾ ਹੈ, ਇਹ ਤੁਸੀਂ ਸਾਡਾ ਨਾਂ ਲੈ ਕੇ ਨਾ ਵੀ ਇਹ ਰਵਿਦਾਸ ਭਗਤ ਦਾ ਕਸੀਰਾ ਹੈ, ਇਹ ਗੰਗਾ ਮਾਤਾ ਜੇ ਤੂੰ ਹੱਥ ਕੱਢ ਕੇ ਲੈ ਤਾਂ ਦੇਣਾ, ਨਹੀਂ ਤਾਂ ਲੈਣਾ ਨਹੀਂ। ਇਹ ਭਗਤ ਨੇ ਕਿਹਾ, ਜੇ ਤਾਂ ਉਹ ਹੱਥ ਕੱਢ ਕੇ ਲਵੇ ਫਿਰ ਤਾਂ ਕਸੀਰਾ ਦੇਣਾ ਨਹੀਂ, ਵਾਪਸ ਲੈ ਆਉਣਾ। ਬਸ ਸੁਣ ਕੇ ਯਾਤਰੂ ਹੈਰਾਨ ਹੋ ਗਏ ਵੀ ਗੰਗਾ ਤਾਂ ਇੱਕ ਪਾਣੀ ਦਾ ਪ੍ਰਵਾਹ ਹੈ, ਵੀ ਉਹ ਕਿਵੇਂ ਹੱਥ ਕੱਢੂਗੀ। ਚਲੋ ਕਹਿੰਦੇ ਆਪਾਂ ਦੇਖਾਂਗੇ, ਭਗਤ ਜੀ ਦਾ ਵਚਨ ਮੰਨਦੀ ਗੰਗਾ। ਜਦੋਂ ਗਏ, ਇਸ਼ਨਾਨ ਵਗੈਰਾ ਸਾਰਿਆਂ ਨੇ ਕਰ ਲਿਆ ਹੈ, ਦਾਨ ਪੁੰਜਾ ਦੇਣ ਲੱਗੇ, ਫਿਰ ਆਪੋ ਵਿੱਚ ਕਹਿੰਦੇ ਵੀ ਭਗਤ ਰਵਿਦਾਸ ਨੇ ਵੀ ਆ ਕਸੀਰਾ ਦਿੱਤਾ ਸੀ ਤੇ ਇਹ ਕਿਹਾ ਸੀ ਵੀ ਨਾਂ ਲੈਣਾ ਸਾਡਾ, ਤੇ ਜੇ ਹੱਥ ਕੱਢ ਕੇ ਲਵੇ ਤੇ ਫੇਰ ਦੇਣਾ, ਨਹੀਂ ਤਾਂ ਨਹੀਂ ਦੇਣਾ। ਕਹਿੰਦੇ ਵੀ ਹਾਂ ਠੀਕ ਹੈ। ਉਹ ਜਿਹਨੂੰ ਦਿੱਤਾ ਸੀ ਉਹਨੇ ਆਵਾਜ਼ ਦੇ ਦਿੱਤੀ, ਕਹਿੰਦੇ ਵੀ ਭਗਤ ਰਵਿਦਾਸ ਜੋ ਕਾਸ਼ੀ ਦਾ ਨਿਵਾਸੀ ਹੈ, ਉਹਨੇ ਸਾਨੂੰ ਆ ਜਾਤੂਆਂ ਨੂੰ ਆਉਣ ਸਮੇਂ ਆ ਕਸੀਰਾ ਦਿੱਤਾ ਸੀ। ਇਹ ਗੰਗਾ ਮਾਤਾ ਉਹਨੇ ਕਿਹਾ ਸੀ ਵੀ ਜੇ ਹੱਥ ਕੱਢ ਕੇ ਲਵੇ ਤਾਂ ਦੇਣਾ, ਨਹੀਂ ਤਾਂ ਵਾਪਸ ਲੈ ਆਉਣਾ ਹੈ। ਹੁਣ ਤੂੰ ਉਹਦਾ ਕਸੀਰਾ ਲੈਣ ਵਾਸਤੇ ਹੱਥ ਕੱਢ ਤੇ ਲੈ। ਇੰਨੇ ਕਹਿਣ ਦੀ ਦੇਰੀ ਸੀ, ਬਹੁਤ ਹੀ ਸਜਿਆ ਵਜਿਆ ਕੰਗਣਾ ਨਾਲ ਜੋੜਿਆਂ ਨਾਲ ਹੱਥ ਬਾਹਰ ਨਿਕਲਿਆ ਤੇ ਕਸੀਰਾ ਲੈ ਲਿਆ ਹੈ। ਹਾਂ, ਕਸੀਰਾ ਛੋਟਾ ਜਿਹਾ ਹੁੰਦਾ, ਪਿਛਲੇ ਜਿਵੇਂ ਦਮੜੀਆਂ ਧੇਲੇ ਧੂਲੇ ਹੁੰਦੇ ਸੀ, ਉਹਨਾਂ ਵਿੱਚੋਂ ਜਿਵੇਂ ਅੱਜ ਕੱਲ੍ਹ ਨਵਾਂ ਪੈਸਾ ਹੈ, ਇਹ ਸਭ ਤੋਂ ਛੋਟਾ ਹੁੰਦਾ ਸੀ। ਧੇਲੇ ਹੁੰਦੇ ਸੀ, ਦਮੜੀਆਂ ਹੁੰਦੀਆਂ ਸੀ, ਸੇਠਿਆਨੀਆਂ ਚੁਆਨੀਆਂ ਆਨੇ ਹੁੰਦੇ ਸੀ, ਤੇ ਡੱਬਰ ਪੈਸੇ ਹੁੰਦੇ ਸੀ, ਗਲੀ ਵਾਲੇ ਪੈਸੇ ਹੁੰਦੇ ਸੀ। ਇਹ ਪਿਛਲੇ ਸਮੇਂ ਸਾਰਾ ਹੁੰਦਾ ਸੀ, ਉਹ ਸਾਰਾ ਇੱਥੇ ਸ਼ਾਇਦ ਤਾਂ ਗਲੀ ਵਾਲੇ ਪੈਸੇ ਵੀ ਪਏ ਹੋਣ, ਡੱਬਰ ਪੈਸੇ ਵੀ ਪਏ ਹੋਣਗੇ। ਇਹ ਪਹਿਲੇ ਸਮੇਂ ਦਾ ਸਿੱਕਾ ਇਸ ਤਰ੍ਹਾਂ ਦਾ ਸੀ।
ਤੇ ਉਸ ਵੇਲੇ ਫਿਰ ਬਹੁਤ ਹੀ ਵਧੀਆ ਜਿਹੜਾ ਚੂੜਾ ਹੈ ਨਾ, ਉਹ ਗੰਗਾ ਨੇ ਇਹਨਾਂ ਦੇ ਹੱਥ ਵਿੱਚ ਦਿੱਤਾ। ਕਹਿੰਦੇ ਵੀ ਇਹ ਭਗਤ ਰਵਿਦਾਸ ਦੀ ਅੱਗੇ ਮੇਰੇ ਵੱਲੋਂ ਭੇਟਾ ਕਰ ਦੇਣੀ। ਨਾਲ ਉਹਨੂੰ ਕਹਿਣਾ, ਮੈਂ ਮਹਾਰਾਜ ਤੁਹਾਡੇ ਚਰਨਾਂ ਦੀ ਦਾਸੀ ਹਾਂ, ਮੈਨੂੰ ਸੇਵਕਣੀ ਨੂੰ ਟਹਿਲਣ ਨੂੰ ਯਾਦ ਰੱਖਣਾ, ਮੈਂ ਤੁਹਾਡੇ ਸਾਰੇ ਹਾਂ, ਤੇ ਮੈਨੂੰ ਨਵਾਜ਼ਦੇ ਰਹਿਣਾ, ਮੈਨੂੰ ਯਾਦ ਰੱਖਣਾ ਗਰੀਬਣੀ ਨੂੰ। ਜਦੋਂ ਆਵਾਜ਼ ਜੀ ਆਈ ਤੇ ਚੂੜਾ ਦਿੱਤਾ, ਕਹਿੰਦੇ ਉਹਨੇ ਤਾਂ ਕਸੀਰਾ ਦਿੱਤਾ, ਆ ਤਾਂ ਵੀ ਹੱਦ ਕਰਤੀ, ਐਡਾ ਕੀਮਤੀ ਚੂੜਾ। ਤੇ ਗੰਗਾ ਮਾਤਾ ਕਹਿੰਦੀ ਹੈ ਵੀ ਮੈਂ ਗਰੀਬਣੀ ਹੈ, ਭਗਤ ਜੀ ਮੈਨੂੰ ਯਾਦ ਰੱਖਣਾ ਵੀ ਭਗਤ ਰਵਿਦਾਸ ਜੀ ਤਾਂ ਬਹੁਤ ਤਕੜੇ ਹੈ। ਤੇ ਗੰਗਾ ਵੀ ਹੈ ਕਹਿੰਦੀ ਹੈ, ਇਹ ਭੇਟਾ ਕਰਦੀ ਸੀ ਮਹਾਨ। ਤੇ ਉਹ ਜਿਸ ਪੰਡਤ ਨੂੰ ਦਿੱਤਾ ਸੀ, ਤੇ ਜਦੋਂ ਘਰੇ ਵਾਪਸ ਤੇ ਆਇਆ ਤੇ ਘਰ ਵਾਲੀ ਬ੍ਰਾਹਮਣੀ ਨੂੰ ਦਿਖਾਇਆ, ਉਹ ਲਵਾਇਮਾਨ ਹੋ ਗਈ। ਕਹਿੰਦੇ ਵੀ ਕਿਹੜਾ ਭਗਤ ਨੂੰ ਪਤਾ ਵੀ ਗੰਗਾ ਨੇ ਦਿੱਤਾ, ਤੂੰ ਫੜਾ ਮੈਨੂੰ, ਮੈਂ ਆਪ ਤਾਂ ਪਹਿਲਾਂ ਨਾ ਸਜਾਵਾਂ ਬਜਾਵਾਂ। ਉਹ ਮੱਲੋ ਮੱਲੀ ਬਾਹਮਣ ਤੋਂ ਖੋਹ ਕੇ ਤੇ ਹੱਥ ਵਿੱਚ ਪਾ ਲਿਆ। ਫਿਰ ਕੁਝ ਸਮੇਂ ਤੋਂ ਬਾਅਦ ਕਹਿਣ ਲੱਗੀ ਵੀ ਇਹਦੇ ਵਰਗਾ ਦੂਜੇ ਹੱਥ ਦਾ ਵੀ ਲਿਆ ਕੇ ਦੇ ਚੂੜਾ, ਨਹੀਂ ਤਾਂ ਫਿਰ ਮੈਂ ਮਰੂੰ। ਕਹਿਣ ਲੱਗੇ ਇਹ ਤਾਂ ਹੁਣ ਭਗਤ ਜੀ ਨੂੰ ਦੇਣਾ ਸੀ, ਉਹ ਤੂੰ ਚੜਾ ਲਿਆ, ਦੂਜਾ ਕਿੱਥੋਂ? ਉਹ ਤਾਂ ਗੰਗਾ ਮਾਤਾ ਨੇ ਭੇਟਾ ਕੀਤਾ ਸੀ। ਕਹਿੰਦੇ ਬਸ ਤੈਨੂੰ ਕਹਿਤਾ ਵੀ ਜਿੱਥੋਂ ਮਰਜ਼ੀ ਲਿਆ ਕੇ ਦੇ। ਫਿਰ ਉਸ ਵੇਲੇ ਭਗਤ ਰਵਿਦਾਸ ਜੀ ਕੋਲ ਆ ਕੇ ਸੱਚ ਬੋਲਿਆ। ਕਹਿੰਦਾ ਮਹਾਰਾਜ ਜਦੋਂ ਲੈ ਕੇ ਗਿਆ ਸੀ ਕਸੀਰਾ, ਹੱਥ ਕੱਢ ਕੇ ਉਹਨੇ ਲੈ ਲਿਆ ਸੀ। ਕੀ ਦੱਸਾਂ ਮਹਾਰਾਜ, ਦੱਸਣ ਵਾਲੀ ਗੱਲ ਨਹੀਂ ਹੈ। ਸੱਚ ਇਹ ਹੈ ਵੀ ਉਹ ਚੂੜਾ ਦਿੱਤਾ ਸੀ, ਮੇਰੀ ਘਰ ਵਾਲੀ ਬ੍ਰਹਮਣੀ ਬੇਈਮਾਨ ਹੋ ਗਈ, ਉਹਨੇ ਫੋਕੇ ਆਪਣੇ ਹੱਥਾਂ ਵਿੱਚ ਪਹਿਨ ਲਿਆ। ਹੁਣ ਉਹ ਕਹਿੰਦੀ ਇਹਦੇ ਨਾਲ ਦਾ ਹੋਰ ਲਿਆ ਕੇ ਦੇ, ਨਹੀਂ ਤਾਂ ਮੇਰਾ ਮਰਨਾ। ਉਹ ਮਰਦੀ ਹੈ ਚੂੜੇ ਤੋਂ ਬਗੈਰ। ਇਹ ਹੁਣ ਤੁਹਾਡੇ ਮਹਾਰਾਜ ਹੱਥਾਂ 'ਚ ਹੈ ਵੀ ਜਾਂ ਤੁਹਾਨੂੰ ਜਿਉਂਦੀ ਰੱਖ ਲਓ ਜਾਂ ਮਾਰ ਦਿਓ। ਉਹ ਜਦੋਂ ਬਹੁਤੀਆਂ ਮਿਹਨਤਾਂ ਤਰਲੇ ਜੇ ਕਰਨ ਲੱਗਿਆ, ਕਹਿੰਦੇ ਵੀ ਚੰਗਾ। ਉਹ ਜਿਸ ਸਿਲਾ ਉੱਪਰ ਜੋੜੇ ਦਾ ਕੰਮ ਜਾ ਕਰਦੇ ਸੀ, ਗੰਢਦੇ ਸੀ, ਉਹ ਸਿਲਾ ਜੀ ਚੁੱਕੀ ਤੇ ਉੱਥੇ ਨਿਰੇ ਚੂੜੇ ਹੀ ਚੂੜੇ ਜਾਣ ਹੈ, ਜਿਵੇਂ ਕੋਈ ਉਹ ਪ੍ਰਵਾਹ ਦੇ ਵਿੱਚ ਅੱਕਾ ਕੰਡੇ ਜਾਂਦੇ ਨੇ ਰੁੜਦੇ ਰੁੜਦੇ। ਕਹਿੰਦੇ ਵੀ ਇੱਥੋਂ ਇੱਕ ਕੱਢ ਲਾ। ਉਹ ਸਿਲਾ ਦੇ ਹੇਠਾਂ ਗੰਗਾ ਵਗਦੀ ਦਿਖਾ ਦਿੱਤੀ ਤੇ ਚੂੜਾ ਦੇ ਦਿੱਤਾ ਉਹਨੂੰ, ਕਹਿੰਦੇ ਲੈ ਜਾ। ਇਸ ਕਰਕੇ ਵੀ ਇਹ ਕਿਉਂ ਐਸਾ ਮਹਾਨ ਹੋਇਆ, ਨਾਮ ਕਰਕੇ ਭਗਤ ਰਵਿਦਾਸ ਜੀ ਵੀ। ਨਾਲੇ ਉਹ ਸਿਲਾ ਨੇ ਇੱਕ ਤੇ ਜਾ ਚੜ੍ਹਨਾ, ਉਹਨੂੰ ਉਹਦੀਆਂ ਲੇਰਾਂ ਕਢਾ ਦੇਣੀਆਂ, ਨਾਲੇ ਸਿਲਾ ਚੁੱਕ ਕੇ ਗੰਗਾ ਨਗਰੀ ਵਿਖਾ ਦੇਣੀ, ਉਹਦੇ ਵਿੱਚੋਂ ਚੂੜੇ ਦੇ ਦੇਣੇ ਕੱਢ ਕੁੱਢ ਕੇ। ਇਹ ਸਭ ਕਹਿੰਦੇ ਨਾਮ ਦਾ ਪ੍ਰਤਾਪ ਹੈ। ਨਾਮ ਜਪਿਆ ਉਹਨੇ ਰਵਿਦਾਸ ਜੀ ਨੇ ਤੇ ਮਾਇਆ ਦਾ ਖਹਿੜਾ ਛੱਡ ਦਿੱਤਾ। ਨਹੀਂ ਪਿਓ ਤਾਂ ਚਮੜੇ ਦਾ ਵਪਾਰੀ ਸੀ, ਠੇਕੇ ਲੈਂਦਾ ਸੀ, ਹੱਡ ਹੁੱਡ ਵੇਚਦਾ ਹੁੰਦਾ ਸੀ, 2 ਨੰਬਰ ਦੀ ਕਮਾਈ ਕਰਨ ਵਾਲਾ ਸੀ। ਤੇ ਭਗਤ ਕਹਿੰਦਾ ਵੀ ਮੈਂ ਨਹੀਂ, ਮੈਂ ਤਾਂ ਹੱਥੀਂ ਕਿਰਤ ਕਰਕੇ ਸਾਰਾ ਕੁਝ ਆਪਣਾ ਨਿਭਾ ਕਰੂੰ। ਘਰੋਂ ਕੱਢ ਦਿੱਤਾ ਸੀ ਪਿਓ ਨੇ। GT ਰੋਡ ਤੇ ਬੈਠ ਕੇ ਛੰਨ ਜੀ ਬੰਨ੍ਹ ਕੇ ਸਾਰੀ ਜ਼ਿੰਦਗੀ ਜੋੜੇ ਗੰਢ ਕੇ ਨਗਾਈ, ਪਰ ਪਰਮੇਸ਼ਰ ਨੂੰ ਨਾਮ ਦੇ ਪ੍ਰਤਾਪ ਕਰਕੇ ਪ੍ਰਵਾਨ ਹੋ ਗਿਆ। ਤੇ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਵਾਈ। ਕਿਸ ਕਰਕੇ ਵੀ ਨਾਮ ਜਪਿਆ, ਨਾਮ ਕਰਕੇ ਉਹ ਪ੍ਰਵਾਨ ਹੋਇਆ। ਨਾਮ ਦੇ ਜਾਪ ਕਰਕੇ ਗੰਗਾ ਨੇ ਕਸੀਰਾ ਲੈ ਕੇ ਆਪਣੇ ਕੋਲੋਂ ਚੂੜੇ ਭੇਟ ਕੀਤੇ ਤੇ ਨਾਮ ਦੇ ਪ੍ਰਤਾਪ ਕਰਕੇ ਸਿਰਾ ਦੇ ਹੇਠ ਗੰਗਾ ਵਗਦੀ ਆਤਮ ਕਲਾ ਨਾਲ ਦਿਖਾ ਦਿੱਤੀ। ਇਸ ਤਰ੍ਹਾਂ ਇਹ ਰਵਿਦਾਸ ਜੀ ਕਹਿੰਦੇ ਮਹਾਨ ਹੋਏ ਨਾਮ ਦੇ ਪ੍ਰਤਾਪ ਕਰਕੇ। ਅਜਾਮਲ ਅਜਾਮਲ ਇੱਕ ਬੜਾ ਤਕੜਾ ਬ੍ਰਾਹਮਣ ਵਿਦਵਾਨ, ਉਹ ਕਿਸੇ ਬੇਸਵਾ ਤੇ ਲਵਾਇਮਾਨ ਹੋ ਗਿਆ। ਬੇਸਵਾ ਦੇ ਨਾਲ ਉਹਨੇ ਸ਼ਾਦੀ ਕਰ ਲਈ ਸੀ, ਫੇਰੇ ਲੈ ਲਏ ਸੀ
ਤੇ ਜਿਸ ਰਾਜੇ ਕੋਲੇ ਕਥਾ ਕਰਦਾ ਸੀ ਬੇਸਵਾ ਨਾਲ ਸੰਬੰਧ ਹੋਣ ਕਰਕੇ ਉਹਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਦੋਵੇਂ ਜੀ ਫਿਰ ਜੰਗਲ ਵਿੱਚ ਰਹਿਣ ਲੱਗ ਪਏ ਸਨ ਤੇ ਫਿਰ ਇਸ ਤਰ੍ਹਾਂ ਸੰਤਾਨ ਹੋ ਗਈ ਵੀ 6 ਪੋਤੇ ਦੇ ਬੇਸਵਾ ਦੇ ਪੇਟੋਂ ਹੋ ਗਏ ਸੀ। ਇੱਕ ਵਾਰੀ ਕੋਈ ਸਾਧੂ ਚੰਗੇ ਬੰਦਗੀ ਵਾਲੇ ਆ ਗਏ ਇਹਨਾਂ ਕੋਲ ਤੇ ਉਹ ਸ਼ਾਮ ਦਾ ਸਮਾਂ ਹੋਣ ਕਰਕੇ ਇਹਨਾਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ। ਉਦੋਂ ਬਾਅਦ ਫਿਰ ਦੋਵੇਂ ਜੀ ਕੋਲ ਬੈਠ ਕੇ ਉਹ ਆਪਣੀ ਬਿਰਥਾ ਸੌਣ ਲੱਗੇ। ਸਾਧੂ ਨੂੰ ਕਹਿਣ ਲੱਗੇ ਮਹਾਰਾਜ ਮੈਂ ਵੀ ਆਪਣੇ ਸਮੇਂ ਵਿੱਚ ਬੜਾ ਵਿਦਵਾਨ ਸੀ, ਰਾਜੇ ਕੋਲ ਕਥਾ ਕਰਦਾ ਹੁੰਦਾ ਸੀ। ਆਹ ਜਿਹੜੀ ਬੈਠੀ ਹੈ ਨਾ ਬੂਥੇ ਵਾਲੀ, ਇਹਦੇ ਮਗਰ ਲੱਗ ਕੇ ਕਹਿੰਦੇ ਮੈਂ ਨਾਲੇ ਤਾਂ ਰਾਜੇ ਤੋਂ ਛਿੱਤਰ ਖਾਦੇ, ਨਾਲੇ ਮਹਿਲ ਮੂਲ ਗਏ, ਆ ਫਿਰ ਜੰਗਲ 'ਚ ਬੈਠੇ ਧੱਕੇ ਖਾਣੇ, ਆ ਬੁਰਾ ਹਾਲ ਹੈ। ਹੁਣ ਮਹਾਰਾਜ ਮੇਰਾ ਕਿਤੇ ਭਲਾ ਹੋ ਜੂ, ਇਹਦਾ ਭਲਾ ਹੋ ਜੂ, ਤੁਸੀਂ ਸਾਧੂ ਹੋ ਕੇ ਉਪਰੇਲਾ ਹੀਲਾ ਦੱਸ ਦਿਓ। ਸਾਧੂ ਦਿਆਲੂ ਕਿਰਪਾਲੂ ਹੁੰਦੇ, ਅਸੀਂ ਮਹਾਰਾਜ ਹੁਣ ਤੁਹਾਡੀ ਸ਼ਰਨ ਹੈ, ਬਾਕੀ ਸਾਡਾ ਕੋਈ ਨਹੀਂ ਰਿਹਾ ਹੈ। ਉਸ ਵੇਲੇ ਫਿਰ ਉਹ ਸਾਰਾ ਕੁਝ ਜਦੋਂ ਸੱਚੋ ਸੱਚੇ ਜਾਮਨ ਨੇ ਕਹਿ ਦਿੱਤਾ ਤੇ ਕਹਿੰਦੇ ਵੀ ਹੁਣ ਕੀ ਕਰੀਏ। ਕਹਿੰਦੇ ਮਹਾਰਾਜ ਤੁਸੀਂ ਕਰਨਾ ਹੈ। ਕਹਿੰਦੇ ਤੂੰ ਨਾਮ ਜਪਿਆ ਕਰ। ਕਹਿੰਦੇ ਮਹਾਰਾਜ ਨਾਮ ਹੁਣ ਕਿੱਥੇ ਜਪ ਹੋਣਾ, 6 ਨੇ, ਇਹਨਾਂ ਨੂੰ ਹੁਣ ਪਾਲੋ ਕਿ ਨਾਮ ਜਪੂਗਾ। ਕਹਿਣ ਲੱਗੇ ਚੰਗਾ ਆਉਂ ਕਰ, ਆ ਹੁਣ ਜਿਹੜਾ 7ਵਾਂ ਤੇਰੇ ਪੈਦਾ ਹੋਊਗਾ ਇਹਦਾ ਨਾਮ ਤੂੰ ਨਰਾਇਣ ਰੱਖ ਲਈ। ਇਹਦੇ ਬਹਾਨੇ ਤੂੰ ਵੀ ਨਰਾਇਣ ਕਰੀ ਜਾਇਆ ਕਰੀ। ਪੁੱਤਰ ਦੇ ਵਾਸਤੇ ਜਦੋਂ ਇਹਦੇ ਰਾਹੀਂ ਤਾਂ ਨਾ ਨਰਾਇਣ ਕਹੇਂਗੇ ਨਾ ਵੀ ਆ ਵੀ ਨਰਾਇਣ, ਇੱਧਰ ਨਰਾਇਣ ਵੀ ਆਪਾਂ ਐਂ ਕਰੀਏ, ਐਂ ਤੇ ਲੱਗ ਜਾਏਗਾ। ਕਹਿੰਦਾ ਮਹਾਰਾਜ ਉਹ ਕਿਸੇ ਪੁਰਾਣ ਵਿੱਚ ਲਿਖਿਆ ਵੀ ਇਹਦੇ ਘਰੇ 10 ਪੁੱਤ ਹੋਏ ਸੀ, ਪਰ ਭਾਈ ਗੁਰਦਾਸ ਜੀ ਨੇ ਵੀ ਇਹ 7ਵਾਂ ਪੁੱਤਰ ਇਹ ਹੋਇਆ, ਇਹਦਾ ਨਾਮ ਨਰਾਇਣ ਰੱਖਿਆ। ਉਹ ਜਦੋਂ ਫਿਰ ਅੰਤ ਦਾ ਸਮਾਂ ਆਇਆ, ਜਮਦੂਤ ਆਏ ਲੈਣ, ਤੇ ਗੁਰਬਾਣੀ ਵਿੱਚ ਲਿਖਿਆ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਵੀ ਪੁੱਤਰ ਦੇ ਬਹਾਨਾ ਜਾ ਲਾ ਕੇ ਨਾ ਉਹ ਨਰਾਇਣ ਤੂੰ ਕਿੱਥੇ ਆ ਮੇਰੀ ਰੱਖਿਆ ਕਰ, ਉਹ ਨਰਾਇਣ ਤੂੰ ਕਿੱਥੇ ਆ ਮੇਰੀ ਰੱਖਿਆ ਕਰ। ਆ ਗਏ ਨੇ ਆ ਹੱਥ ਕੜੀਆਂ ਵਾਲੇ। ਇਹ ਪੁੱਤਰ ਦੇ ਬਹਾਨੇ ਉਸ ਅਸਲੀ ਨਰਾਇਣ ਨੂੰ ਪਰਮੇਸ਼ਰ ਨੂੰ ਚੇਤੇ ਕੀਤਾ। ਉਹ ਉਦੋਂ ਹੀ ਆ ਗਿਆ, ਉਹਨੇ ਜੰਕਰ ਜੇ ਮਾਰ ਕੇ ਪਰੇ ਕਰਤੇ। ਕਹਿੰਦੇ ਜਾਓ ਇਹ ਨਰਾਇਣ ਕਹਿੰਦਾ ਤੁਹਾਡਾ ਇੱਥੇ ਮਤਲਬ ਕੀ। ਉਹ ਅੰਤ ਕਾਲ नारायण कहो अजामल में अंत काल में नारायण सुध आई जागत को जोगीश्वर बाग सौगत छिन में पाई। अंत दे समय नारायण कहा जी गल वो कहते अवस्था जिहड़ा उच्चा स्थान जोगी ईश्वरा नूं नहीं प्राप्त हो छिन विच ही इहने प्राप्त कर लिया। इस करके कहते नाम जिहड़ा ऐसा महान है ਜਿਹੜਾ ਵੇਸਵਾਗਾਮੀ ਸੀ, ਵੇਸਵਾ ਤਾਂ ਹੀ ਸਤਪੁੱਤ ਪੈਦਾ ਕਰਨ ਵਾਲਾ ਸੀ, ਨਰਾਇਣ ਜਪ ਕੇ ਉਹ ਵੀ ਉਧਰ ਗਿਆ ਹੈ। ਇਹ ਨਾਮ ਦਾ ਪ੍ਰਤਾਪ। ਇਸ ਤੋਂ ਅੱਗੇ ਹੁਣ ਰਹਿ ਗਿਆ ਉਧਵ ਤੇ ਕਰੂਰ ਤੇ ਹਨੂਮਾਨ ਤੇ ਭੀਲਣੀ ਤੇ ਧੰਨਾ। ਇਹ 4 ਨਾਂ ਰਹਿ ਗਏ ਹਨ। ਇਹਨਾਂ ਦੇ ਸੰਬੰਧ ਵਿੱਚ ਥੋੜਾ ਬਹੁਤਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਸਮਾਂ ਹੋਇਆ ਇਜਾਜ਼ਤ ਨਹੀਂ ਦਿੰਦਾ ਅੱਗੇ ਕੁਝ ਕਹਿਣ ਲਈ, ਜਿਸ ਕਰਕੇ ਆਪਾਂ ਅਜੇ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਰਵਿਦਾਸ ਅਜਾਮਲ ਊਧਵ ਕਰੂਰ ਹਨੂਮਤ ਭੀਲਨੀ ਭੀ ਧਨ ਧੰਨਾ। जुग चार विखे जन जो जन्मे जिन्हू किन नाम हूँ ते भ्रम भन्ना।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।